ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ। ਇਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਹੋਏ ਚਾਲੂ ਫੌਜਦਾਰ ਮੁੜ ਉਤਰਿਓ ਕੰਬੋ ਕੀ ਜਾਏ ਉਨ ਡੇਰ ਲਹੌਰੈ ਰੁਖ ਕੀਓ ਫਿਰ ਆਦ ਨਬਾਬਹਿ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸ਼ਾਮਾਂ ਦੇ ਦੀਵਾਨਾਂ ਵਿੱਚ ਸਤਿਕਾਰਯੋਗ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਜੀ ਦੇ ਢਾਡੀ ਜਥੇ ਪਾਸੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਸਾਕਾ ਆਪ ਜੀ ਨੇ ਸਰਵਣ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚੋਂ ਖਾਲਸੇ ਦੇ ਇਤਿਹਾਸ ਵਿੱਚੋਂ ਪੰਥ ਦੇ ਇਤਿਹਾਸ ਵਿੱਚੋਂ 94 ਪ੍ਰਸੰਗਾਂ ਨੂੰ ਆਪਾਂ ਸੁਣ ਰਹੇ ਹਾਂ। ਅੰਗਰੇਜ਼ਾਂ ਨੇ ਪੁੱਛਿਆ ਸੀ ਸਿੰਘਨ ਪਾਇਓ ਰਾਜ ਕਿਮੋ ਕਿਨ ਦੀਨੋ ਪਾਤਸ਼ਾਹੇ, ਸਿੰਘਾਂ ਨੇ ਰਾਜ ਕਿਵੇਂ ਪ੍ਰਾਪਤ ਕੀਤਾ ਹੈ ਤੇ ਇਹਨਾਂ ਨੂੰ ਪਾਤਸ਼ਾਹੀ ਰਾਜ ਭਾਗ ਦਿੱਤਾ ਕਿਹਨੇ। ਗੌਰ ਅਲੀ ਬਾਦਸ਼ਾਹ ਸ਼ਾਹ ਆਲਮ ਹਿੰਦੁਸਤਾਨ ਦੇ ਮੌਕੇ ਦੇ ਬਾਦਸ਼ਾਹ ਨੇ ਝੂਠ ਬੋਲ ਕੇ ਕਹਿ ਦਿੱਤਾ ਕਿ ਸਿੰਘ ਕੋਈ ਬਹਾਦਰ ਕੌਮ ਨਹੀਂ, ਇਹ ਸਾਡੀ ਰਈਅਤ ਹੀ ਸੀ, ਪਰਜਾ ਸੀ, ਨਾਦਰ ਦੇ ਵੇਲੇ ਵਿਗੜ ਬੈਠੇ ਸਨ ਤਾਂ ਰਾਜੇ ਬਣ ਗਏ, ਇਹਨਾਂ ਨੇ ਕੋਈ ਵਧੀਆ ਕੰਮ ਨਹੀਂ ਕੀਤਾ। ਅੰਗਰੇਜ਼ਾਂ ਨੇ ਇਸ ਗੱਲ ਦੀ ਤਸਦੀਕ ਕਰਨ ਵਾਸਤੇ ਭਾਈ ਰਤਨ ਸਿੰਘ ਜੀ ਤੱਕ ਪਹੁੰਚ ਕੀਤੀ ਹੈ ਤੇ ਭਾਈ ਰਤਨ ਸਿੰਘ ਜੀ ਸੁਣਾ ਰਹੇ ਹੈ ਵੀ ਅਸਲੀ ਗੱਲ ਕੀ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਬਾਅਦ ਵਿੱਚ ਸਿੰਘਾਂ ਨੇ ਜੋ ਕਾਰਨਾਮੇ ਸ਼ਹਾਦਤਾਂ ਕੀਤੀਆਂ ਉਹ ਮਹਾਨ ਸਾਕੇ ਭਾਈ ਸਾਹਿਬ ਦੱਸ ਰਹੇ ਹੈ। ਇਹ ਕਥਾ ਵੈਸੇ ਬੜੇ ਵਿਸਥਾਰ ਵਾਲੀ ਹੈ ਔਰ ਹਰ ਇੱਕ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ, ਸੁਣਨੀ ਚਾਹੀਦੀ ਹੈ, ਤਾਂ ਹੀ ਆਪਣੇ ਇਤਿਹਾਸ ਦਾ ਪਤਾ ਲੱਗਦਾ ਹੈ। ਪਰ ਆਪਣੇ ਕੋਲ ਜਿੰਨਾ ਸਮਾਂ ਹੈ ਉਹਦੇ ਵਿੱਚੋਂ ਕੁਝ ਪ੍ਰਸੰਗ ਜ਼ਰੂਰੀ ਵਿਚਾਰੇ ਜਾ ਰਹੇ ਨੇ। ਸ਼ਹੀਦ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦਾ ਪਿੰਡ ਮਾਝੇ 'ਚ ਡਲਵਾ ਹੈ, ਵਾਂ ਪਿੰਡ ਦੇ ਰਹਿਣ ਵਾਲੇ ਪੁੱਟਰ ਗੋਤ ਵਿੱਚੋਂ ਮਹਾਬਲੀ ਜਪੀ ਤਪੀ ਸੂਰਬੀਰ ਸਿੰਘ ਹੋਏ ਹੈ। ਕਹਿੰਦੇ 24 ਘੰਟਿਆਂ ਵਿੱਚੋਂ 18 ਘੰਟੇ ਦੇ ਬਾਣੀ ਪੜ੍ਹਦੇ ਰਹਿੰਦੇ ਸਨ, ਦੇਖ ਤੇਗ ਦੇ ਧਨੀ ਸਨ ਔਰ ਉਹਨਾਂ ਦਾ ਜਪ ਤਪ ਪੰਥ ਵਿੱਚ ਪ੍ਰਸਿੱਧ ਸੀ। ਹਰ ਮੈਦਾਨ ਵਿੱਚ ਉਹ ਜਾ ਕੇ ਜੰਗ ਦੇ ਵਿੱਚ ਅੱਗੇ ਹੁੰਦੇ ਸਨ। ਬੰਦੇ ਬਹਾਦਰ ਨੇ ਜਿੰਨੀਆਂ ਲੜਾਈਆਂ ਲੜੀਆਂ ਸ਼ਹੀਦ ਭਾਈ ਤਾਰਾ ਸਿੰਘ ਜੀ ਉਹਨਾਂ ਵਿੱਚ ਸ਼ਾਮਲ ਹੋਏ ਰਹੇ ਔਰ ਹਰ ਵੇਲੇ ਜੰਗ ਨੂੰ ਤਿਆਰ ਰਹਿੰਦੇ ਸਨ। ਮਰਨ ਦੀ ਸ਼ੰਕਾ ਤਿਆਗ ਕੇ ਧਰਮ ਯੁੱਧ ਲਈ ਕਮਰ ਕਸਾ ਕੀਤਾ ਹੀ ਰੱਖਣਾ, ਕਦੀ ਕਮਰ ਕਸਾ ਖੋਲਿਆ ਹੀ ਨਹੀਂ। ਕਮਰ ਕਸੇ ਦੇ ਵਿੱਚ ਸ਼ਸਤਰ ਬਸਤਰ ਸਜੇ, ਬਾਣੀ ਪੜ੍ਹਦੇ ਰਹਿਣਾ, ਜੰਗੀ ਪਹਿਰਾ ਰੱਖਣਾ। ਭਾਈ ਸਾਹਿਬ ਭਾਈ ਤਾਰਾ ਸਿੰਘ ਜੀ ਡਲਵਾਂ ਵਾਲੇ, ਉਹਨਾਂ ਦੇ ਨੇੜੇ ਹੀ ਨਸ਼ਹਿਰਾ ਨਗਰ ਦਾ ਸਾਹਿਬ ਰਾਏ ਚੌਧਰੀ ਜਿਸ ਨੇ ਗੁਰੂ ਕੇ ਸਿੱਖਾਂ ਦੇ ਗਰੀਬ ਸਿੱਖਾਂ ਦੇ ਖੇਤਾਂ 'ਚ ਘੋੜੀਆਂ ਵਾੜੀਆਂ, ਬੇਅਦਬੀ ਕੀਤੀ, ਸਿੱਖਾਂ ਨੂੰ ਮਾੜੇ ਚੰਗੇ ਬਚਨ ਬੋਲੇ ਕਿ ਤੁਹਾਡੇ ਕੇਸਾਂ ਨਾਲ ਰੱਸੇ ਵੱਟ ਕੇ ਤੇ ਫਿਰ ਘੋੜੀਆਂ ਬੰਨਾਂਗਾ। ਭਾਈ ਸਾਹਿਬ ਬਘੇਲ ਸਿੰਘ ਜੀ, ਭਾਈ ਅਮਰ ਸਿੰਘ ਜੀ ਨਿਹੰਗ ਸਿੰਘ ਪਿੰਡ ਭੁੱਸਿਆਂ ਦੇ, ਜੋ ਉਸ ਵੇਲੇ ਬੜੇ ਫੁਰਤੀਲੇ ਸਿੰਘ ਸਨ,
ਘੋੜੀਆਂ ਕੱਢ ਕੇ ਲੈ ਗਏ, ਮਹਾਰਾਜਾ ਪਟਿਆਲਾ ਦੇ ਕੋਲ ਵੇਚ ਦਿੱਤੀਆਂ। ਜਿੰਨੀ ਮਾਇਆ ਆਈ ਬਾਬੇ ਤਾਰਾ ਸਿੰਘ ਜੀ ਦੇ ਡੇਰੇ ਲੰਗਰ ਚ ਪਾ ਦਿੱਤੀ। ਤੇ ਖੋਜੀਆਂ ਨੇ ਖੋਜ ਕੱਢ ਕੇ ਭਾਈ ਅਮਰ ਸਿੰਘ ਬਘੇਲ ਸਿੰਘ ਨੂੰ ਫੜਨ ਦਾ ਜਦੋਂ ਯਤਨ ਕੀਤਾ, ਉਹ ਭਾਈ ਤਾਰਾ ਸਿੰਘ ਦੇ ਡੇਰੇ ਆ ਗਏ ਤੇ ਤਾਰਾ ਸਿੰਘ ਨਾਲ ਸਾਹਿਬ ਰਾਏ ਦੀ ਤਕਰਾਰ ਹੋ ਗਈ ਕਿ ਤੂੰ ਚੋਰ ਸਾਡੇ ਰੱਖੇ ਹੋਏ ਨੇ, ਚੋਰ ਵਾਪਸ ਕਰ ਦੇ। ਭਾਈ ਤਾਰਾ ਸਿੰਘ ਕਹਿੰਦੇ ਚੋਰ ਇਹ ਨਹੀਂ, ਗੁਰੂ ਕੇ ਸਿੰਘ ਚੋਰ ਨਹੀਂ, ਤੂੰ ਚੋਰ ਹੈ ਜੋ ਸਿੱਖਾਂ ਦੇ ਖੇਤ ਉਜਾੜਦਾ। ਸੋ ਤੂੰ ਮੈਂ ਹੋ ਗਈ। ਸਾਹਿਬ ਰਾਏ ਨੇ ਪੱਟੀ ਦੇ ਫੌਜਦਾਰ ਜਾਫਰ ਬੇਗ ਨੂੰ ਲਿਆ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਾਉਣ ਦਾ ਯਤਨ ਕੀਤਾ। ਅੱਧੀ ਰਾਤ ਵੇਲੇ ਇਹਨਾਂ ਨੇ ਹਮਲਾ ਕੀਤਾ ਵੀ ਸੁੱਤੇ ਪਏ ਸਿੰਘਾਂ ਨੂੰ ਸਵੇਰੇ ਫੜ ਲਾਂਗੇ। ਇਹ ਨਹੀਂ ਸੋਚਿਆ ਵੀ ਅੰਮ੍ਰਿਤ ਵੇਲੇ ਦਾ ਸਿੰਘ ਤਿਆਰ ਬਰ ਤਿਆਰ ਹੋ ਕੇ ਇਸ਼ਨਾਨ ਪਾਣੀ ਕਰਕੇ ਬਾਣੀ ਪੜ੍ਹਦੇ 2-2:30 ਵਜੇ। ਇਧਰੋਂ ਭਾਈ ਬਘੇਲ ਸਿੰਘ ਨਿਤਨੇਮ ਕਰਕੇ ਤਿਆਰ ਬਰ ਤਿਆਰ ਬਰਛਾ ਗੜਵਾ ਜਲ ਦਾ ਲੈ ਕੇ ਗਾਤਰੇ ਢਾਲ ਤਲਵਾਰ ਖੇਡੇ ਮਹੱਲੇ ਬਾਹਰ ਗਏ ਸਨ ਤੇ ਜੰਗਲ ਵਿੱਚ ਅੱਗੋਂ ਟਾਕਰਾ ਹੋ ਗਿਆ। ਤੁਰਕਾਂ ਦੀ ਫੌਜ ਆਉਂਦੀ ਵੇਖ ਕੇ ਸੋਚਿਆ ਵੀ ਜੇ ਮੈਂ ਹੁਣ ਪਿੱਛੇ ਖਾਲਸੇ ਨੂੰ ਖਬਰ ਕਰਨ ਜਾਵਾਂਗਾ, ਸਿੰਘ ਕਹਿਣਗੇ ਬਘੇਲ ਸਿੰਘ ਨੱਠ ਕੇ ਆ ਗਿਆ। ਤੇ ਸਿੰਘ ਵਾਸਤੇ ਇਹ ਗੱਲ ਬੜੀ ਮਾੜੀ ਹੈ ਜੇ ਉਹਨੂੰ ਕੋਈ ਕਵੇ ਵੀ ਤੂੰ ਨੱਠ ਗਿਆ ਮੈਦਾਨ ਵਿੱਚੋਂ, ਮੈਂ ਇੱਥੇ ਹੀ ਜੂਝ ਜਾਵਾਂ, ਆਪੇ ਖਾਲਸੇ ਨੂੰ ਪਤਾ ਲੱਗ ਜਾਏਗਾ। ਕੱਲੇ ਬਾਬੇ ਬਘੇਲ ਸਿੰਘ ਨੇ ਉਹ ਜਾਫਰ ਬੇਗ ਦੀਆਂ ਫੌਜਾਂ ਨੂੰ ਲਲਕਾਰਿਆ। ਜੰਗ ਸ਼ੁਰੂ ਹੋ ਗਿਆ। ਬਹੁਤਿਆਂ ਨੂੰ ਆਪਣੇ ਬਰਛੇ ਨਾਲ ਪਰੋਇਆ, ਬਹੁਤਿਆਂ ਨੂੰ ਤੇਗ ਨਾਲ ਝਟਕਿਆ। ਜਦੋਂ ਠਾ ਦੀ ਆਵਾਜ਼ ਆਈ, ਪਿਛਲੇ ਸਿੰਘ ਵੀ ਉੱਠ ਪਏ। ਉਹ ਵੀ ਸ਼ੇਰਾਂ ਦੀ ਤਰ੍ਹਾਂ ਦੌੜ ਕੇ ਉਸ ਮੈਦਾਨ 'ਚ ਪਹੁੰਚ ਗਏ ਬਘੇਲ ਸਿੰਘ ਦੀ ਮਦਦ ਵਿੱਚ। ਜਾਫਰ ਬੇਗ ਦੇ 2 ਭਤੀਜੇ ਮਾਰੇ ਗਏ, 2 ਭਾਈ ਮਾਰੇ ਗਏ, ਬਹੁਤ ਸਾਰੇ ਚੋਣਵੇਂ ਜਰਨੈਲ ਮਾਰੇ ਗਏ, ਸਿਪਾਹੀ ਮਾਰੇ ਗਏ। ਇਸ ਜੰਗ ਵਿੱਚ ਜਾਫਰ ਬੇਗ ਆਪਣੇ ਪਰਿਵਾਰ ਦੇ ਇਤਨੇ ਜੀ ਮਰਵਾ ਕੇ, ਫੌਜਾਂ ਮਰਵਾ ਕੇ ਦੌੜਿਆ। ਗਿਆਨੀ ਗਿਆਨ ਸਿੰਘ ਜੀ ਵਾਲੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਇਸ ਜੰਗ ਮੈਂ ਸਿੰਘ ਬਘੇਲਾ ਦੇਵ ਲੋਕ ਜਾ ਧਸਿਓ ਅਕੇਲਾ। ਹੋਰ ਸਾਰੇ ਸਿੰਘ ਬਚ ਗਏ, ਕੋਈ ਜ਼ਖਮੀ ਤਾਂ ਮਾੜੇ ਮੋਟੇ ਹੋਏ, ਪਰ ਸ਼ਹੀਦੀ ਇਕੱਲੇ ਬਾਬਾ ਬਘੇਲ ਸਿੰਘ ਜੀ ਦੇ ਹਿੱਸੇ ਆਈ। ਬਾਬਾ ਬਘੇਲ ਸਿੰਘ ਜੀ ਭੁੱਸਿਆਂ ਵਾਲੇ, ਜਿੱਥੇ ਅੱਜ ਕੱਲ੍ਹ ਉਹਨਾਂ ਦਾ ਭੁੱਸੇ ਨਗਰ ਵਿੱਚ ਵੀ ਉਹਨਾਂ ਦਾ ਸਥਾਨ ਛਾਉਣੀ ਹੈ, ਨਿਹੰਗ ਸਿੰਘਾਂ ਦੀ ਬਹੁਤ ਵੱਡਾ ਸਥਾਨ ਗੁਰਦੁਆਰਾ ਹੈ ਬਾਬਾ ਬਘੇਲ ਸਿੰਘ ਜੀ ਦਾ ਮਾਝੇ ਦੇ ਵਿੱਚ। ਸੋ ਖਾਲਸਾ ਜੀ ਉਹ ਇੱਥੇ ਵਾਂ ਪਿੰਡ 'ਚ ਸ਼ਹੀਦੀ ਪਾ ਗਏ। ਉਹਨਾਂ ਦੀ ਥਾਂ ਤੇ ਜੋ ਬਾਬਾ ਤਾਰਾ ਸਿੰਘ ਜੀ ਦੇ ਕੋਲ ਸਿੰਘ ਬਚੇ, ਬਾਕੀ ਉਹਨਾਂ ਸਿੰਘਾਂ ਨੇ ਵੀ ਤਿਆਰੀਆਂ ਜੰਗ ਦੀਆਂ ਕਰ ਲਈਆਂ। ਇਸ ਤੋਂ ਬਾਅਦ ਹੁਣ ਸੁਣੋ, ਉਹ ਜਾਫਰ ਬੇਗ ਪੱਟੀ ਦਾ ਜੋ ਸੂਬੇਦਾਰ ਸੀਗਾ, ਉਹ ਵੱਡੇ ਸੂਬੇਦਾਰ ਖਾਨ ਬਹਾਦਰ ਜ਼ਕਰੀਏ ਕੋਲ ਲਾਹੌਰ ਜਾ ਕੇ ਰੋਇਆ ਪਿੱਟਿਆ। ਉਹ ਕਥਾ ਕਵੀ ਰਤਨ ਸਿੰਘ ਜੀ ਸ਼ਹੀਦ ਲਿਖ ਰਹੇ ਨੇ। ਆਪਾਂ ਸਾਰੇ ਗੁਰੂ ਚਰਨਾਂ ਨਾਲ ਸੁਰਤੀ ਜੋੜ ਕੇ ਕਥਾ ਦਾ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋਏ ਚਾਲੂ ਫੌਜ ਦੌਰ ਮੁੜ, ਉਤਰਿਓ ਕੰਬੋ ਕੀ ਜਾਈ। ਫੌਜਦਾਰ ਚਾਲੂ ਹੋ ਗਿਆ, ਭਾਵ ਭਗੈਲ ਹੋ ਗਿਆ ਜੰਗ ਵਿੱਚ, ਉਹਦਾ ਹੌਸਲਾ ਟੁੱਟ ਗਿਆ। ਉਹਦੇ ਸਕੇ ਭਤੀਜੇ ਤੇ ਭਾਈ ਜੋ ਮਾਰੇ ਗਏ, ਬੜਾ ਦੁਖੀ ਹੋ ਕੇ ਉਹ ਦੌੜਿਆ। ਉਨ ਢੇਰ ਲਾਹੌਰੈ ਰੁਖ ਕੀਓ, ਫਿਰ ਯਾਦ ਨਬਾਬੈ। ਵਾਂ ਤੋਂ ਦੌੜ ਕੇ ਸਾਹ ਉਹਨੇ ਕੰਬੋ ਕੀ ਲਿਆ। ਕੰਬੋ ਕੀ ਮਾੜੀ ਜਿਹੜਾ ਪਿੰਡ ਹੈ, ਇਹ ਸੁੱਖਾ ਸਿੰਘ ਸ਼ਹੀਦ ਦਾ। ਬਾਅਦ ਵਿੱਚ ਭਾਈ ਸੁੱਖਾ ਸਿੰਘ ਦੀ ਕਥਾ ਵੀ ਆਣੀ, ਜਿਨ੍ਹਾਂ ਨੇ ਮੱਸੇ ਰੰਗੜ ਦੇ ਸਿਰ ਵੱਢਣ ਵੇਲੇ ਭਾਈ ਮਤਾਬ ਸਿੰਘ ਦਾ ਸਾਥ ਦਿੱਤਾ ਸੀ। ਉਹ ਜੋ ਕੰਬੋ ਕੀ ਪਿੰਡ ਹੈ, ਉੱਥੇ ਜਾ ਕੇ ਫੌਜਦਾਰ ਨੇ ਦਮ ਲਿਆ ਤੇ ਉੱਥੋਂ ਪਾਣੀ ਪੂਣੀ ਪੀ ਕੇ ਰੋਂਦਾ ਪਿੱਟਦਾ ਲਾਹੌਰ ਚਲਾ ਗਿਆ। ਜਾਓ ਭਾਈ ਖਾਨ ਬਹਾਦਰ ਹੁਤੋ ਨਵਾਬ। ਖਾਨ ਬਹਾਦਰ ਸੀ ਜ਼ਕਰੀਆ, ਉਹਦੇ ਕੋਲ ਜਾ ਕਰਕੇ ਵਹਿ ਤੁਰਿਓ ਦਿਖਾਵਨ ਆਪਣੋ ਬਾਬ। ਉੱਥੇ ਜਾ ਕੇ ਖਾਨ ਬਹਾਦਰ ਨੂੰ ਆਪਣਾ ਹਾਲ ਦੱਸਣ ਲਈ ਤੁਰਿਆ। ਉਹ ਸੁਣ ਸਿੰਘਨ ਕਈਆਂ ਸੋਚ ਪਈ। ਇਧਰ ਸਿੰਘਾਂ ਨੂੰ ਮਾਝੇ 'ਚ ਖਬਰ ਮਿਲ ਗਈ ਵੀ ਕੰਮ ਖਰਾਬ ਹੋ ਗਿਆ। ਹੁਣ ਖਾਲਸੇ ਦੀ ਖਾਲਸੇ ਦੀ ਵੀ ਸਰਕਾਰ ਨਾਲ ਖੜਕਣ ਲੱਗ ਪਈ ਹੈ। ਪਹਿਲਾਂ ਤਾਂ ਬਦਾਈਆਂ ਦੀ ਕਈ ਸਾਲ ਲੜਾਈ ਚੱਲਦੀ ਰਹੀ ਸਰਕਾਰ ਨਾਲ, ਖਾਲਸੇ ਵਾਲੇ ਆਰਾਮ ਨਾਲ ਬੈਠੇ ਸਨ, ਪਰ ਹੁਣ ਇਹ ਛੇੜ ਛਿੜ ਗਈ ਹੈ ਤੇ ਹੁਣ ਰੁਕਣੀ ਕੋਈ ਨਹੀਂ।
ਸਿੰਘਾਂ ਨੂੰ ਬੜੀ ਵਿਚਾਰ ਆਈ। ਤਾਰੇ ਸਿੰਘ ਪਹਿਆਨ ਇਮ ਕਹੀ। ਉਹ ਜਿਹੜੇ ਭਾਈ ਤਾਰਾ ਸਿੰਘ ਜੀ ਨੂੰ ਬਹੁਤ ਪ੍ਰੇਮ ਕਰਦੇ ਸੀ, ਮਾਝੇ ਦੇ ਗੁਰਸਿੱਖ ਸਾਰੇ ਭਾਈ ਤਾਰਾ ਸਿੰਘ ਜੀ ਕੋਲ ਆਏ ਤੇ ਕਹਿਣ ਲੱਗੇ, ਅਬ ਤੋ ਫਤਿਹ ਤੁਮਾਰੀ ਭਈ। ਕਹਿਣ ਲੱਗੇ, ਬਾਬਾ ਤਾਰਾ ਸਿੰਘ ਜੀ ਹੁਣ ਤਾਂ ਤੁਹਾਡੀ ਫਤਿਹ ਹੋ ਗਈ ਹੈ, ਤੁਸੀਂ ਜੰਗ ਜਿੱਤ ਲਿਆ, ਦੁਰਗ ਮਾਰ ਕੇ ਭਜਾ ਦਿੱਤੇ ਨੇ। ਅਬ ਹੋਏ ਜਾਵੋ ਕਿਤ ਸ਼ਈ ਮਈ। ਹੁਣ ਤੁਸੀਂ ਕਿਤੇ ਸ਼ਹੀਮਈ ਹੋ ਜਾਓ, ਗੁਪਤ ਹੋ ਜਾਓ, ਥੋੜੇ ਸਮੇਂ ਲਈ ਅੱਗੇ ਪਿੱਛੇ ਹੋ ਜਾਓ, ਕਿਉਂਕਿ ਦੁਸ਼ਮਣ ਦੀ ਫੌਜ ਹੁਣ ਜ਼ਿਆਦਾ ਚੜ ਕੇ ਆਣੀ ਹੈ, ਉਹਨਾਂ ਕੋਲ ਤਾਕਤ ਜ਼ਿਆਦਾ ਹੋਵੇਗੀ ਤੇ ਆਪਣੇ ਸਿੰਘ ਥੋੜੇ ਹੋਣਗੇ, ਆਪਣਾ ਜਾਨੀ ਮਾਲੀ ਨੁਕਸਾਨ ਹੋਣਾ। ਸੋ ਸਿਆਣੇ ਕਹਿੰਦੇ ਆ ਵੀ ਸਮਾਂ ਵਿਚਾਰ ਲੈਣਾ ਚਾਹੀਦਾ, ਸਮੇਂ ਨੂੰ ਟਾਲਣਾ ਚਾਹੀਦਾ। ਬਾਬਾ ਤਾਰਾ ਸਿੰਘ ਜੀ ਤੁਸੀਂ ਬੜੇ ਸਿਆਣੇ ਹੋ, ਤੁਸੀਂ ਇਸ ਸਮੇਂ ਨੂੰ ਬਚਾ ਲਓ, ਕਿਤੇ ਅੱਗੇ ਪਿੱਛੇ ਹੋ ਕੇ ਆਪਣਾ ਟਾਈਮ ਕੱਟ ਲਓ। ਹਮ ਤੇ ਲਾਰ ਤੁਰਕ ਜਿਤ ਨਹਿ ਜਾਏ। ਕਿਉਂਕਿ ਤੁਰਕ ਕਿਤੇ ਸਾਨੂੰ ਜਿੱਤ ਕੇ ਨਾ ਚਲੇ ਜਾਣ, ਸਾਨੂੰ ਸ਼ਹੀਦ ਕਰਕੇ ਸਾਡੇ ਸੀਸ ਵੱਢ ਕੇ ਨਾ ਲੈ ਜਾਣ। ਕਿਮ ਹਮ ਮਰ ਕਰ ਜਾਨ ਗਵਾਏ। ਅਸੀਂ ਕਿਉਂ ਮਰੀਏ ਬੇਕਾਰ ਤੁਰਕਾਂ ਦੇ ਹੱਥੋਂ ਬਿਨਾਂ ਮਤਲਬ ਦੇ। ਤਉ ਸਿੰਘ ਜੀ ਹੁਣ ਅੱਗਿਓਂ ਉਚਾਰੀ। ਉਹਨਾਂ ਪ੍ਰੇਮੀ ਸਿੱਖਾਂ ਦੇ ਬਚਨ ਸੁਣ ਕੇ ਬਾਬਾ ਤਾਰਾ ਸਿੰਘ ਜੀ ਕਹਿਣ ਲੱਗੇ, ਹਮ ਤਉ ਕਰਹਿ ਨਾ ਜਾਨ ਪਿਆਰੀ। ਕਹਿਣ ਲੱਗੇ ਵੀ ਖਾਲਸਾ ਜੀ ਅਸੀਂ ਜਾਨ ਕਦੀ ਪਿਆਰੀ ਕੀਤੀ ਨਹੀਂ ਤੇ ਕਰਨੀ ਵੀ ਨਹੀਂ, ਅਸੀਂ ਜਨਮ ਹੀ ਸ਼ਹੀਦੀ ਪਾਉਣ ਵਾਸਤੇ ਲਿਆ ਤੇ ਅਸੀਂ ਹੁਣ ਸਮਾਂ ਆਪਣੇ ਹੱਥੋਂ ਨਹੀਂ ਗਵਾਉਣਾ। ਇਹ ਸ਼ਹੀਦੀਆਂ ਦਾ ਸਮਾਂ ਹੈ ਸਿੰਘੋ, ਅਸੀਂ ਇਹ ਸਮਾਂ ਹੱਥੋਂ ਜਾਣ ਨਹੀਂ ਦੇਣਾ। ਹਮ ਪਿਆਰੇ ਕਰਹਿ ਗੁਰਵਾਕ। ਅਸੀਂ ਆਪਣੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਬਚਨ ਪੂਰੇ ਕਰਨੇ ਆ। ਉਹਨਾਂ ਦਾ ਜੋ ਬਚਨ ਸ਼ਹੀਦੀ ਪ੍ਰਾਪਤ ਕਰਨੇ ਦਾ ਹੈ ਉਹ ਸਾਨੂੰ ਬਹੁਤ ਪਿਆਰਾ ਹੈ। ਜਿਮ ਕਰ ਸਤਿਗੁਰ ਦਇਓ ਹੈ ਭਾਖ। ਜੋ ਸ੍ਰੀ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ 'ਚ ਬਚਨ ਕਹੇ ਨੇ, ਸਿੰਘ ਸੋਊ ਜੋ ਕਰੈ ਨਿਤ ਜੰਗ। ਖਾਲਸਾ ਸੋਏ ਜੋ ਕਰੈ ਨਿਤ ਜੰਗ, ਖਾਲਸਾ ਸੋਏ ਚੜ੍ਹੈ ਤੁਰੰਗ, ਖਾਲਸਾ ਸੋਏ ਜੋ ਨਿਰਧਨ ਕੋ ਪਾਲੈ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੈ। ਇਹ ਜੋ ਬਚਨ ਮਹਾਰਾਜ ਨੇ ਕਹੇ ਨੇ ਵੀ ਖਾਲਸਾ ਨਿਤ ਜੰਗ ਕਰੇ, ਉਹ ਅਸੀਂ ਪੂਰੇ ਕਰਨੇ ਆ, ਬਚਨ ਸਾਡੀ ਡਿਊਟੀ ਹੈ। ਇਹ ਸਿੰਘ ਸੋਊ ਕਰੈ ਮਰਨੋ ਨਾ ਸੰਗ। ਸਿੰਘ ਉਹ ਹੈ ਜਿਹੜਾ ਮਰਨੋਂ ਸੰਗਾ ਨਾ ਕਰੇ, ਮੌਤ ਦਾ ਡਰ ਉਹਨੂੰ ਆਵੇ ਹੀ ਨਾ, ਕਾਲ ਦਾ ਡਰ ਹੀ ਨਾ ਮੰਨੇ। ਉਹ ਤਾਂ ਇਹ ਸਮਝੇ ਵੀ ਇੱਕ ਚੋਲਾ ਤਿਆਗ ਕੇ ਅਸੀਂ ਆਪਣੇ ਪਰਮੇਸ਼ਰ ਦੇ ਘਰ ਚਲੇ ਜਾਣਾ, ਇਹ ਤਾਂ ਗੱਲ ਹੀ ਕੋਈ ਨਹੀਂ। ਏਦਾਂ ਦੀ ਬਿਰਤੀ ਹੋਵੇ ਜਿਸ ਦੀ, ਉਹ ਗੁਰੂ ਕਾ ਸਿੰਘ ਬਣਦਾ ਹੈ। ਅਸੀਂ ਲੜ ਮਰਾਂਗੇ ਬੁੰਗੇ ਮਾਹੇ। ਬੇ ਸਿੰਘੋ ਅਸੀਂ ਤਾਂ ਇਸ ਬੁੰਗੇ 'ਚ ਹੀ ਲੜ ਕੇ ਸ਼ਹੀਦੀ ਪਾਵਾਂਗੇ, ਅਸੀਂ ਭੱਜ ਕੇ ਨਹੀਂ ਜਾਣਾ। ਹੁਣ ਨਹਿ ਨੱਠ ਕੇ ਹਮ ਜਾਨ ਬਚਾਹੇ। ਅਸੀਂ ਨੱਠ ਕੇ ਨਹੀਂ ਜਾਣਾ, ਕਿਤੇ ਜਾਨ ਨਹੀਂ ਬਚਾਣੀ, ਕਿਉਂਕਿ ਜੇ ਭੱਜ ਕੇ ਜਾਵਾਂਗੇ ਕਿੱਥੇ ਜਾਵਾਂਗੇ। ਡਾਕਟਰ ਭਾਈ ਵੀਰ ਸਿੰਘ ਜੀ ਨੇ ਬਚਨ ਲਿਖੇ ਆ। ਇਹ ਜਿਹੜਾ ਸਾਕਾ ਹੈ ਪਹਿਲਾਂ ਸਭ ਤੋਂ ਭਾਈ ਰਤਨ ਸਿੰਘ ਜੀ ਨੇ ਲਿਖਿਆ, ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਵੀ ਲਿਖਿਆ ਬੜਾ ਸੁੰਦਰ, ਤੇ ਭਾਈ ਸਾਹਿਬ ਵੀਰ ਸਿੰਘ ਜੀ ਨੇ ਵੀ ਵਾਰਤਕ ਵਿੱਚ ਬੜਾ ਸੁੰਦਰ ਲਿਖਿਆ। ਉਹ ਕਹਿੰਦੇ ਜਦੋਂ ਪਤਾ ਲੱਗਾ ਵੀ ਸਿੰਘ ਕਹਿੰਦੇ ਬਾਬਾ ਜੀ ਅੱਗੇ ਪਿੱਛੇ ਹੋ ਕੇ ਸਮਾਂ ਕੱਟ ਲਈਏ, ਤੇ ਬਾਬਾ ਜੀ ਨੇ ਉਸ ਵੇਲੇ ਆਪਣੇ ਕਮਰ ਕਸੇ ਚੋਂ ਪੋਥੀ 10 ਗ੍ਰੰਥੀ ਕੱਢੀ। 10 ਗ੍ਰੰਥੀ ਪੋਥੀ ਹੁੰਦੀ ਹੈ ਜਿਹਦੇ ਚ ਜਾਪ ਸਾਹਿਬ, ਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਚਰਿੱਤਰ, ਚੰਡੀ ਦੀ ਵਾਰ, ਗਿਆਨ ਪ੍ਰਬੋਧੇ ਬਾਣੀਆਂ, 7 ਬਾਣੀਆਂ ਹੁੰਦੀਆਂ ਉਹਦੇ ਵਿੱਚ। ਬਾਬਾ ਜੀ ਕਹਿੰਦੇ ਕਮਰ ਕਸੇ ਚ ਪੋਥੀ ਕੱਢ ਕੇ ਤੇ ਪੜ੍ਹੀ, ਉਹ ਚ ਹੁਕਮਨਾਮਾ ਆਇਆ, ਸਵਈਆ ਜੋ ਕਹੂੰ ਕਾਲ ਤੇ ਭਾਜ ਕੇ ਬਾਚੀਏ, ਤੋ ਕਹੋ ਕੁੰਟ ਵਿਖੇ ਭਜ ਜਾਈਏ। ਆਗੇ ਹੀ ਕਾਲ ਧਰੇ ਅਸ ਗਾਜਤ ਛਾਜਤ ਹੈ, ਜਿਹ ਤੇ ਨਸ ਆਈਏ। ਐਸੋ ਨ ਕਹਿ ਗਿਓ ਕੋਈ ਸੋ ਦਾਵਰੇ ਜਾਹੇ, ਉਪਾਵ ਸੋ ਕਾਵ ਬਚਈਏ। ਜਾਤੇ ਨ ਛੂਟੀਏ ਮੂੜ ਕਹੂੰ ਹਸ, ਤਾਂ ਕਿ ਨ ਕਿਉਂ ਸਰਨਾਗਤ ਜਾਈਏ। 10ਵੇਂ ਪਾਤਸ਼ਾਹ ਕਹਿੰਦੇ ਆ ਵੀ ਜੇ ਕੋਈ ਬੰਦਾ ਕਹੇ ਮੈਂ ਕਾਲ ਤੋਂ ਭੱਜ ਕੇ ਬਚ ਜਾਵਾਂਗਾ, ਕਿੱਥੇ ਜਾਏਗਾ? ਕਾਲ ਦੇ ਅੱਗੇ ਹੀ ਖੜਾ ਹੈ। ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ, ਮੌਤ ਨੇ ਤੇ ਆਉਣਾ ਹੀ ਆਉਣਾ। ਤੋ ਸਿੰਘੋ ਅਸੀਂ ਆਪਣੇ ਸਤਿਗੁਰਾਂ ਦੇ ਬਚਨ ਮੰਨ ਕਰਕੇ ਇੱਥੇ ਸ਼ਹੀਦੀ ਪਾਵਾਂਗੇ। ਉਤੇ ਜੋ ਭੁਜੰਗੀ ਤਾਰਾ ਸਿੰਘ ਪਾਸ, ਜਿਹੜੇ ਸੂਰਬੀਰ ਭੁਜੰਗੀ ਨਿਹੰਗ ਸਿੰਘ ਬਾਬੇ ਤਾਰਾ ਸਿੰਘ ਦੇ ਕੋਲ ਰਹਿੰਦੇ ਸਨ, ਉਹਨਾਂ ਸਭਨ ਕੋ ਯੋ ਦਇਓ ਭਾਖ। ਉਹਨਾਂ ਸਾਰੇ ਸਿੰਘਾਂ ਨੂੰ ਬਾਬਾ ਜੀ ਕਹਿਣ ਲੱਗੇ, ਜਿਨ ਹੋਣਾ ਹੈ ਇਹਾਂ ਸ਼ਹੀਦ। ਬਈ ਖਾਲਸਾ ਜੀ ਤੁਹਾਡੇ ਚੋਂ ਜਿਹੜੇ ਗੁਰੂ ਕੇ ਪਿਆਰੇ ਨੇ ਸ਼ਹੀਦੀ ਪਾਣੀ ਹੈ ਇੱਥੇ, ਰਹੇ ਸੋ ਔਰ ਜਾਹੋ ਵਗੀਦ। ਉਹ ਸਾਡੇ ਕੋਲ ਰਹੋ। ਜਿਹਨੂੰ ਜਾਨ ਪਿਆਰੀ ਹੈ, ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ ਮੋਹ ਹੈ, ਉਹ ਭਾਈ ਅੱਜ ਹੀ ਚਲੇ ਜਾਓ। ਹੈ ਵੇਲੋ ਜਿਨ ਨਠਣੋ
ਅਜੇ ਟਾਈਮ ਹੈ ਅੱਜ ਨੱਠਣ ਦਾ, ਜੇ ਨੱਠਣਾ ਤਾਂ ਨੱਠ ਜਾਓ। ਕਲ ਨਹਿ ਕੋ ਮਿਲੈ ਕੋ ਭਾਜ, ਕੱਲ ਭੱਜਣ ਦਾ ਟਾਈਮ ਨਹੀਂ ਓ ਮਿਲਣਾ। ਕੱਲ ਫੌਜਾਂ ਤੁਰਕਾਂ ਦੀਆਂ ਚੜ ਕੇ ਆਉਣੀਆਂ ਨੇ ਤੇ ਇੱਥੇ ਘਮਸਾਣ ਦਾ ਜੰਗ ਮਚਣਾ ਹੈ। ਇਤਨਕ ਸੁਣਤ ਕਈ ਨੱਠ ਗਏ, ਜਿਹੜੇ ਕੱਚੇ ਬਿੱਲੇ ਸਨ ਮੇਰੇ ਵਰਗੇ ਜਲ ਪਾਣੀ ਛਕਣ ਵਾਲੇ, ਜੋ ਚਕਊਏ ਕੁਣਕੇ ਕੇ ਭਾਜ ਗਏ ਕਠੁਣਕੇ ਸੇ, ਉਹ ਤਾਂ ਕਹਿੰਦੇ ਚੰਗਾ ਬਾਬਾ ਜੀ ਫਿਰ ਖੁਸ਼ੀਆਂ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਘਰਾਂ ਨੂੰ ਚਲੇ ਗਏ। ਕਿਛ ਸ਼ਹੀਦੀ ਕੋ ਵੀ ਰਹੇ, ਕੁਝ ਗੁਰੂ ਕੇ ਪਿਆਰ ਵਾਲੇ ਸਨ, ਸ਼ਹੀਦੀਆਂ ਪਾਣ ਦਾ ਜਿਨ੍ਹਾਂ ਨੂੰ ਸ਼ੌਂਕ ਸੀ, ਉਹ ਡਟ ਗਏ। ਦੋਹਰਾ ਉਤੋਂ ਕੱਚੇ ਸੋ ਨੱਠ ਤੁਰੇ ਰਹੇ ਪੱਕੇ ਸਿੰਘ ਨਾਲ, ਜਿਹੜੇ ਕੱਚੇ ਸੀਗੇ ਉਹ ਨੱਠ ਗਏ, ਜਿਹੜੇ ਪੱਕੇ ਸੀ ਬਾਬੇ ਤਾਰਾ ਸਿੰਘ ਦੇ ਨਾਲ ਰਹੇ। ਸੂਰੇ ਪੂਰੇ ਜੋ ਮਹਾ ਸਾਬਤ ਸਿੰਘ ਗੁਰ ਲਾਲ, ਜਿਹੜੇ ਗੁਰੂ ਦੇ ਲਾਲ ਸੀ, ਸੂਰੇ ਸਨ, ਪੂਰੇ ਸਨ, ਬਾਣੀ ਬਾਣੇ ਦੇ ਧਾਰਨੀ ਪੱਕੇ ਸਨ, ਮਨ ਜਿਨ੍ਹਾਂ ਦੇ ਬਾਣੀ ਦੇ ਰੰਗ ਚ ਰੰਗੇ ਹੋਏ ਸਨ, ਜਿਨ੍ਹਾਂ ਨੇ ਸ਼ਹੀਦੀ ਬਾਟਾ ਛਕਣਾ ਸੀ, ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਜਾਣਾ ਸੀ, ਉਹ ਰਹਿ ਗਏ। ਜਾਓ ਬਈ ਤਾਓ ਸਿੰਘ ਜੀ ਨੇ ਜੀ ਵਿਚਾਰੀ, ਤਾਂ ਬਾਬਾ ਤਾਰਾ ਸਿੰਘ ਜੀ ਨੇ ਵਿਚਾਰ ਕੀਤੀ ਹੁਣ ਸ਼ਹੀਦੋ ਇਹ ਗਏ ਹਾਰੀ, ਵੀ ਜਿਹੜੇ ਭੱਜ ਗਏ ਸ਼ਹੀਦੀ ਤੋਂ ਡਰ ਗਏ ਹਨ, ਹਮਰੇ ਹੁਤੇ ਸੋ ਜੋ ਪਿਆਰੀ, ਜਿਹੜੇ ਸਾਡੇ ਪਿਆਰੇ ਸੀ ਉਹਨਾਂ ਨੂੰ ਸੱਦ ਲਈਏ। ਜਿਹੜੇ ਜਿਨ੍ਹਾਂ ਨਾਲ ਬਾਟੇ ਦੀ ਸਾਂਝ ਸੀਗੀ ਸਿੰਘਾਂ ਦੀ, ਉਹਨਾਂ ਨੂੰ ਬਾਬੇ ਤਾਰਾ ਸਿੰਘ ਨੇ ਚਿੱਠੇ ਲਿਖ ਦਿੱਤੇ। ਕਹਿਤ ਹੁਤੇ ਹਮ ਚੜ ਹੈ ਨਾਰੀ, ਜਿਹੜੇ ਬੜੇ ਪੁਰਾਣੇ ਸਮੇਂ ਤੋਂ ਬਾਬਾ ਜੀ ਦੇ ਮਿੱਤਰ ਸਨ, ਸੁਨਹਿਰੀਏ ਭਾਈ। ਖਾਲਸੇ ਦੀ ਬੋਲੀ ਹੋਰ ਹੈ, ਲੋਕਾਂ ਦੀ ਹੋਰ ਹੈ। ਲੋਕ ਕਹਿ ਦਿੰਦੇ ਆ ਲੰਗੋਟੀਆ ਯਾਰ, ਆਮ ਬੋਲੀ ਪੰਜਾਬੀ ਚ ਕਹਿੰਦੇ ਲੰਗੋਟੀਆ ਯਾਰ ਆ ਸਾਡਾ, ਪਰ ਖਾਲਸੇ ਦੀ ਬੋਲੀ ਲੰਗੋਟੀਆ ਯਾਰ ਨਹੀਂ ਹੁੰਦਾ। ਖਾਲਸੇ ਦੀ ਬੋਲੀ ਹੁੰਦਾ ਸੁਨਹਿਰੀਆ ਭਰਾਈ, ਯਾਨੀ ਸੁਨਹਿਰਾ ਕਹਿੰਦੇ ਆ ਬਾਟੇ ਨੂੰ, ਜਿਹਦੇ ਵਿੱਚ ਬਹਿ ਕੇ ਇੱਕੋ ਵਾਰੀ ਅੰਮ੍ਰਿਤ ਛਕਿਆ ਜਾਵੇ ਜਾਂ ਉਹਦੇ ਚ ਕੜਾਹ ਪ੍ਰਸ਼ਾਦ ਛਕਿਆ ਜਾਵੇ, ਦੇਗ ਛਕੀ ਜਾਵੇ, ਉਹਨੂੰ ਕਹਿੰਦੇ ਆ ਸੁਨਹਿਰੀਆ ਭਾਈ। ਜਿਨ੍ਹਾਂ ਨਾਲ ਸਿੰਘਾਂ ਦਾ ਬਹਿਣ ਉੱਠਣ ਜਲ ਪਾਣੀ ਇਕੱਠਾ ਸੀਗਾ, ਉਹਨਾਂ ਨੂੰ ਬੁਲਾਇਆ ਬਾਬੇ ਤਾਰਾ ਸਿੰਘ ਜੀ ਨੇ। ਹੁਣ ਕੋ ਚਾਹੀਏ ਖਬਰ ਕਰ ਲਈ, ਉਹ ਕਹਿੰਦੇ ਸੀ ਤਾਰਾ ਸਿੰਘ ਤੇਰੇ ਨਾਲ ਹੀ ਜੀਣਾ, ਤੇਰੇ ਨਾਲ ਹੀ ਮਰਨਾ, ਤੇ ਅੱਜ ਉਹਨਾਂ ਨੂੰ ਖਬਰ ਕਰ ਦਈਏ ਵੀ ਸਿੰਘੋ ਆ ਜਾਓ ਭਾਈ, ਜੇ ਹੁਣ ਚਾਲਾ ਸਾਡਾ ਤਾਂ ਤਿਆਰੀ ਹੈ, ਤੁਹਾਡੀ ਕੀ ਮਰਜ਼ੀ ਹੈ। ਹਾਂਜੀ, ਅੱਗੇ ਮਰਜੀ ਫਿਰ ਹੁਣ ਕੀ ਰਹੀ, ਅੱਗੇ ਉਹਨਾਂ ਦੀ ਮਰਜ਼ੀ ਹੈ, ਜੇ ਆਉਣਗੇ ਜੀ ਆਇਆਂ ਨੂੰ, ਨਹੀਂ ਆਉਂਦੇ ਤਾਂ ਅਸੀਂ ਤਾਂ ਚਾਲਾ ਪਾ ਹੀ ਜਾਣਾ। ਕੱਲ ਖਾਲਸਾ 1.25 ਲੱਖ ਹੁੰਦਾ, ਅਸੀਂ ਇਕੱਲੇ ਹੀ ਸ਼ਹੀਦ ਹੋ ਜਾਵਾਂਗੇ। ਇੰਨਾ ਬਾਬਾ ਤਾਰਾ ਸਿੰਘ ਜੀ ਦਾ ਦਾਈਆ ਸੀਗਾ। ਹਾਂਜੀ, ਉਹ ਤੋਂ ਕੀਓ ਹਮ ਉਨਾ ਕਰਾਰ, ਉਹਨਾਂ ਨਾਲ ਅਸੀਂ ਕਰਾਰ ਕੀਤਾ ਹੋਇਆ ਸੀ ਵੀ ਜਦੋਂ ਸ਼ਹੀਦੀ ਦਾ ਸਮਾਂ ਆਵੇਗਾ ਤੁਹਾਨੂੰ ਬੁਲਾ ਲਾਂਗੇ। ਸਾਧ ਸੰਗਤ ਜੀ, ਇਹੋ ਜਿਹੇ ਸਿੰਘ ਹੋਏ ਪੁਰਾਣੇ ਸਮਿਆਂ 'ਚ। ਬਾਬਾ ਭਾਈ ਬਿਧੀ ਚੰਦ ਜੀ ਨੂੰ ਬਾਬੇ ਸੁੰਦਰ ਸ਼ਾਹ ਜੀ ਬੇਨਤੀ ਕੀਤੀ। ਇਹ ਲਖਨਊ ਤੋਂ ਅਯੁੱਧਿਆ ਤੋਂ ਕੋਈ 70-80 ਕਿਲੋਮੀਟਰ ਦੀ ਥਾਂ ਤੇ ਉਹ ਸਥਾਨ ਹੈ, ਦੇਵਨਗਰ ਹੈ, ਯੂਪੀ ਦੇ ਵਿੱਚ ਹੈ। ਭਾਈ ਬਿਧੀ ਚੰਦ ਜੀ ਉੱਥੇ ਗਏ ਸਨ ਤੇ ਉਹ ਸੁੰਦਰ ਸ਼ਾਹ ਫਕੀਰ ਮੁਸਲਮਾਨ ਬਹੁਤ ਪਹੁੰਚਿਆ ਹੋਇਆ ਸੀ। ਉਹਨੂੰ ਫਿਕਰ ਪੈ ਗਿਆ ਬਈ ਇਹ ਗੁਰੂ ਕਾ ਸਿੱਖ ਆ ਗਿਆ, ਇਹਦੇ ਪ੍ਰਚਾਰ ਕਰਕੇ ਕਿਤੇ ਮੇਰੀ ਪੂਜਾ ਨਾ ਘਟ ਜਾਵੇ। ਉਹ ਭਾਈ ਬਿਧੀ ਚੰਦ ਜੀ ਨੂੰ ਡਰਾਉਣ ਵਾਸਤੇ ਸ਼ੇਰ ਦੀ ਸਵਾਰੀ ਕਰਕੇ ਆਇਆ ਸੀ, ਸ਼ੇਰ ਤੇ ਬਹਿ ਕੇ। ਜਦੋਂ ਭਾਈ ਬਿਧੀ ਚੰਦ ਜੀ ਦੇ ਨੇਤਰ ਪਏ ਤੇ ਸ਼ੇਰ ਤੇ ਉਹ ਪੱਥਰ ਦੀ ਮੂਰਤੀ ਬਣ ਗਿਆ, ਅੱਗੇ ਤੁਰੇ ਹੀ ਕੋਈ ਨਾ। ਫਿਰ ਉਹਨੇ ਹੱਥ ਜੋੜੇ, ਬੇਨਤੀ ਕੀਤੀ, ਆ ਕੇ ਪੈਰ ਹੀ ਪੈ ਗਿਆ। ਭਾਈ ਬਿਧੀ ਚੰਦ ਜੀ ਨੇ ਉਹਨੂੰ ਆਪਣਾ ਭਰਾ ਕਹਿ ਕੇ ਸਨਮਾਨ ਦਿੱਤਾ। ਉਹ ਬੜਾ ਪਹੁੰਚਿਆ ਪੀਰ ਸੀ, ਉਹ ਵੀ ਕਰਾਮਾਤੀ ਸੀ, ਹੈ ਸੀ ਉਹ ਪੀਰ ਸਾਈਂ ਬੁੱਢਣ ਸ਼ਾਹ ਜੀ ਦਾ ਹੀ ਸੇਵਕ। ਤੇ ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਪੀਰ ਸਾਈਂ ਦੇ ਇਹ ਪਿਆਰੇ ਹਨ, ਤੇ ਉਹ ਕਹਿਣ ਲੱਗਾ ਭਾਈ ਬਿਧੀ ਚੰਦ ਜੀ ਤੁਸੀਂ ਬੜੀ ਕਿਰਪਾ ਕੀਤੀ, ਇੱਧਰ ਯੂਪੀ 'ਚ ਦਰਸ਼ਨ ਦਿੱਤੇ ਹੈ। ਹੁਣ ਮੇਰੀ ਇੱਕ ਬੇਨਤੀ ਹੈ ਵੀ ਜਦੋਂ ਸੱਚਖੰਡ ਜਾਓ ਮੈਨੂੰ ਨਾਲ ਲੈ ਕੇ ਜਾਓ। ਭਾਈ ਬਿਧੀ ਚੰਦ ਜੀ ਕਹਿੰਦੇ ਚੰਗਾ, ਜਦੋਂ ਸਾਡਾ ਅੰਤ ਸਮਾਂ ਆਏਗਾ ਤੇਰੇ ਕੋਲ ਆ ਜਾਵਾਂਗੇ। ਭਾਈ ਬਿਧੀ ਚੰਦ ਜੀ ਵਾਪਸ ਕੀਰਤਪੁਰ ਗਏ। ਕੁਝ ਸਮਾਂ ਗੁਰੂ ਜੀ ਕੋਲ ਰਹਿ ਕੇ 6ਵੇਂ ਪਾਤਸ਼ਾਹ ਕੋਲੋਂ ਆ ਗਿਆ ਮੰਗੀ, ਮਹਾਰਾਜ ਹੁਣ ਮੇਰਾ ਸਮਾਂ ਆ ਗਿਆ, ਮੇਰੇ ਪੁੱਤਰ ਲਾਲ ਚੰਦ ਨੂੰ ਗੁਰੂ ਘਰ ਦੀ ਸੇਵਾ 'ਚ ਰੱਖਿਆ ਜੇ, ਮੈਨੂੰ ਆਗਿਆ ਦਿਓ। ਆਪ ਆਗਿਆ ਲੈ ਕੇ ਭਾਈ ਬਿਧੀ ਚੰਦ ਜੀ ਯੂਪੀ ਚਲੇ ਗਏ, ਦੇਵਨਗਰ। ਉਸ ਸੁੰਦਰ ਸ਼ਾਹ ਦੇ ਕੋਲ ਜਾ ਕੇ ਬਾਬਾ ਬਿਧੀ ਚੰਦ ਜੀ ਜਪਜੀ ਸਾਹਿਬ ਦਾ ਪਾਠ ਕੀਤਾ। ਦੋਵੇਂ ਹੀ ਮਹਾਂਪੁਰਸ਼ ਲੰਮੇ ਪੈ ਗਏ। ਬਾਬਾ ਸੁੰਦਰ ਸ਼ਾਹ ਜੀ ਤੇ ਭਾਈ ਬਿਧੀ ਚੰਦ ਜੀ ਦੋਵੇਂ ਹੀ ਸਰੀਰ ਤਿਆਗ ਗਏ। ਅੱਜ ਵੀ ਉੱਥੇ ਉਦਾਸੀ ਸੰਤਾਂ ਦਾ ਪ੍ਰਬੰਧ ਹੈ, ਡੇਰਾ ਹੈ। ਇੱਕ ਪਾਸੇ ਬਾਬਾ ਬਿਧੀ ਚੰਦ ਜੀ ਦੀ ਸਮਾਧ ਬਣੀ ਹੈ, ਦੂਜੇ ਪਾਸੇ ਸਾਈਂ ਸੁੰਦਰ ਸ਼ਾਹ ਦੀ ਕਬਰ ਬਣੀ ਹੈ। ਬਾਬਾ ਜੀ ਦਾ ਸੰਸਕਾਰ ਹੋਇਆ ਬਿਧੀ ਚੰਦ ਜੀ ਦਾ,
ਤੇ ਬਾਬਾ ਸੁੰਦਰ ਸ਼ਾਹ ਜੀ ਦੀ ਕਬਰ ਉਹਨਾਂ ਨੂੰ ਦਫਨਾਇਆ ਗਿਆ ਮੁਸਲਮਾਨੀ ਤਰੀਕੇ ਨਾਲ। ਸੋ ਖਾਲਸਾ ਜੀ ਇਹੋ ਜਿਹੇ ਮਹਾਪੁਰਸ਼ ਹੋਏ ਆ ਜਿਹੜੇ ਬਚਨ ਕਰਦੇ ਇਕੱਠੇ ਜਾਵਾਂਗੇ ਤੇ ਜਾਂਦੇ ਵੀ ਸੀਗੇ। ਜਿਵੇਂ ਭਾਈ ਬਿਧੀ ਚੰਦ ਜੀ ਦੇ ਸੁੰਦਰ ਸ਼ਾਹ ਜੀ ਗਏ, ਹੋਰ ਵੀ ਬੜੇ ਪ੍ਰਸੰਗ ਆਉਂਦੇ। ਤਾਰਾ ਸਿੰਘ ਜੀ ਕਹਿੰਦੇ, ਕਈ ਸਿੰਘ ਕਹਿੰਦੇ ਹੁੰਦੇ ਸੀ ਵੀ ਤਾਰਾ ਸਿੰਘ ਤੇਰੇ ਨਾਲ ਜਾਣਾ, ਸੱਚਖੰਡ ਜਾਣਾ, ਇਕੱਠੇ ਜਾਣਾ। ਹੁਣ ਉਹਨਾਂ ਭਰਾਵਾਂ ਨੂੰ ਬੁਲਾ ਲਈਏ। ਜਬ ਖਾਵਤ ਸੁਨਹਿਰੋ ਸਭ ਰਲ ਨਾਰ। ਜਦੋਂ ਸੁਨਹਿਰੇ ਚ ਛਕਦੇ ਸੀ ਇਕੱਠੇ ਰਲ ਕੇ, ਉਦੋਂ ਭਰਾ ਬਣ ਕੇ ਰਹਿੰਦੇ ਸੀ। ਹੁਣ ਵੀ ਫਿਰ ਸ਼ਹੀਦੀ ਦਾ ਬਾਟਾ ਇਕੱਠਾ ਹੀ ਛਕਾਂਗੇ। ਦੋਹਰਾ ਤਾਰਾ ਸਿੰਘ ਹੋਤੋ ਰਹਿਤ ਦੋਏ ਬੁੱਟਰ ਸ਼ਰੀਕ ਭਰਾਏ। ਤਾਰਾ ਸਿੰਘ ਦੇ ਕੋਲ ਉਹਦੇ ਸ਼ਰੀਕੇ ਦੇ ਦੋ ਭਰਾ ਵੀ ਸਨ। ਬੁੱਟਰ ਗੋਤ ਦੇ ਭਾਈ ਤਾਰਾ ਸਿੰਘ ਦਾ ਗੋਤ ਬੁੱਟਰ ਸੀਗਾ, ਤੇ ਬੁੱਟਰ ਗੋਤ ਵਿੱਚੋਂ ਉਹਨਾਂ ਦੇ ਚਾਚੇ ਤਾਇਆਂ ਦੇ ਦੋ ਭਰਾ ਪੁੱਤ ਸਨ। ਬੜ ਸਿਦਕੀ ਬੜ ਸੂਰਮੋ ਵਹਿ ਗੁਰ ਕੇ ਬਚਨ ਕਮਾਏ। ਉਹ ਦੋਵੇਂ ਭਰਾ ਵੀ ਤਾਰਾ ਸਿੰਘ ਦੀ ਤਰ੍ਹਾਂ ਬੜੇ ਸਿਦਕੀ ਸੂਰਬੀਰ ਯੋਧੇ, ਬੜੇ ਸਿਰੜੀ ਹਠੀ ਤਪੀ ਗੁਰਬਾਣੀ ਦੇ ਰਸੀਏ ਸਨ। ਜਾਓ ਪਈ ਵਸਾਵਾ ਸਿੰਘ ਕੋਇਰ ਸਿੰਘ ਨਾਈ। ਉਹਨਾਂ ਦਾ ਇੱਕ ਦਾ ਨਾਂ ਸੀ ਵਸਾਵਾ ਸਿੰਘ, ਇੱਕ ਦਾ ਨਾਂ ਸੀ ਕੋਇਰ ਸਿੰਘ। ਬ੍ਰਾਹਮਣ ਸ਼ਾਹੀ ਝੱਲਿਓ ਥਾਈ। ਔਰ ਇੱਕ ਝੱਲੀਓਂ ਪਿੰਡ ਹੈ, ਝੱਲੀ ਜਿੱਥੇ ਛੇਵੇਂ ਪਾਤਸ਼ਾਹ ਦਾ ਸਥਾਨ ਵੀ ਹੈ, ਲਾਹੌਰ ਤੋਂ ਚੜ੍ਹਦੇ ਵਾਲੇ ਪਾਸੇ ਨੂੰ। ਕਹਿੰਦੇ ਉਥੋਂ ਝੱਲੀਏ ਪਿੰਡ ਦੇ ਵੀ ਦੋ ਸਿੰਘ ਆਏ। ਸਮੁੰਦ ਸਿੰਘ ਔਝਾਬ ਸਿੰਘ ਜੋ। ਇੱਕ ਸਿੰਘ ਦਾ ਨਾਂ ਸੀ ਸਮੁੰਦ ਸਿੰਘ ਤੇ ਇੱਕ ਸਿੰਘ ਦਾ ਨਾਂ ਸੀ ਝਾਬ ਸਿੰਘ। ਉਸ ਵੇਲੇ ਇਦਾਂ ਦੇ ਨਾਂ ਰੱਖਿਆ ਕਰਦੇ ਸੀ। ਅੱਜ ਕੱਲ ਤੇ ਨਾਂ ਦਾ ਪਤਾ ਨਹੀਂ ਲੱਗਦਾ ਵੀ ਕੁੱਤੇ ਨੂੰ ਬੁਲਾਉਂਦੇ ਪਏ ਆ ਕਿ ਕਾਕੇ ਨੂੰ ਬੁਲਾਉਂਦੇ। ਉਹੀ ਨਾਂ ਮੁੰਡੇ ਦਾ ਹੁੰਦਾ, ਉਹੀ ਕੁੱਤੇ ਦਾ ਹੁੰਦਾ, ਟੋਮੀ ਰੋਮੀ। ਤੇ ਉਸੇ ਤਰ੍ਹਾਂ ਹੀ ਕੱਚੇ ਪਿੱਲੇ ਨਾਮਾਂ ਵਾਲੀ ਉਹਨਾਂ ਦੀ ਬਿਰਤੀ ਹੋ ਜਾਂਦੀ ਹੈ। ਸਮੁੰਦ ਸਿੰਘ, ਸਮੁੰਦਰ ਕੋਈ ਛੋਟੀ ਚੀਜ਼ ਥੋੜਾ, ਕਿੱਡੀ ਵੱਡੀ ਤਾਕਤ ਖਾਲਸੇ ਨੂੰ ਮਹਾਰਾਜ ਦਿੱਤੀ, ਨਾਂ ਵੱਡੇ ਵੱਡੇ ਰੱਖੇ। ਸਮੁੰਦ ਸਿੰਘ, ਝਾਬ ਸਿੰਘ ਦੋ। ਹਾਂਜੀ, ਸੰਗ ਤਾਰੇ ਸਿੰਘ ਮੁਲਤਾਨੀਏ ਦੋ। ਇਹ ਮੁਲਤਾਨ ਦੇ ਸਿੰਘ ਸਨ ਦੋ, ਭਾਈ ਸਮੁੰਦ ਸਿੰਘ ਤੇ ਝਾਬ ਸਿੰਘ। ਮੁਲਤਾਨ ਕਿੱਥੇ ਆ? ਲਾਹੌਰ ਤੋਂ 250-300 ਮੀਲ ਹੋਰ ਪਰਾਂ ਪਾਕਿਸਤਾਨ ਵਿੱਚ। ਮੁਲਤਾਨੀ ਸਿੱਖ ਵੀ ਸਾਧ ਸੰਗਤ ਜੀ ਗੁਰੂ ਖਾਲਸੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਰਹੇ। ਉਹ ਮੁਲਤਾਨ ਤੋਂ ਆਏ ਹੋਏ ਤਾਰਾ ਸਿੰਘ ਦੇ ਕੋਲ ਹੀ ਰਹਿੰਦੇ ਸਨ। ਸੂਰਾ ਸਿੰਘ ਆਇਓ ਖਾਲੜਿਓ ਤਖਾਨ। ਇਹ ਖਾਲੜਾ ਪਿੰਡ ਹੈ ਮਾਝੇ ਵਿੱਚ। ਖਾਲੜੇ ਤੋਂ ਭਾਈ ਸੂਰਾ ਸਿੰਘ ਤਖਾਨ ਬਰਾਦਰੀ ਜਿਹੜੀ ਰਾਮਗੜੀਏ, ਇਹ ਬਾਢੀ ਮਿਸਤਰੀ ਦਾ ਕੰਮ ਕਰਨ ਵਾਲੇ ਭਾਈ ਲਾਲੋ ਜੀ ਹੋਏ ਨੇ ਗੁਰੂ ਨਾਨਕ ਸਾਹਿਬ ਦੇ ਪਹਿਲੇ ਸਿੱਖ, ਜਿਨ੍ਹਾਂ ਨੇ ਇਸ ਬਰਾਦਰੀ ਚੋਂ ਸਿੱਖੀ ਧਾਰਨ ਕੀਤੀ। ਫਿਰ ਇੱਕ ਝੰਡਾ ਬਾਢੀ ਹੋਇਆ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ। ਉਸ ਬਰਾਦਰੀ ਦੇ ਵਿੱਚੋਂ ਭਾਈ ਸੂਰਾ ਸਿੰਘ ਖਾਲੜੇ ਦਾ ਰਹਿਣ ਵਾਲਾ ਤਖਾਨ ਗੁਰੂ ਖਾਲਸੇ ਦੇ ਨਾਲ ਆ ਰਲਿਆ ਹੈ। ਸੁਣ ਚਿੱਠਾ ਚਿੱਤ ਸ਼ਹੀਦੀ ਠਾਣ। ਜਦੋਂ ਉਹਨੂੰ ਚਿੱਠਾ ਪਹੁੰਚਿਆ ਸਿੰਘਾਂ ਦਾ ਵੀ ਸ਼ਹੀਦੀ ਦਾ ਸਮਾਂ, ਸੂਰਾ ਸਿੰਘ ਆ ਜਾ, ਤੇ ਉਹ ਤਾਰਾ ਸਿੰਘ ਕੋਲ ਆ ਗਿਆ। ਲਖਮੀਰ ਸਿੰਘ ਘਰਿਆਲਿਓ ਸੰਧ ਵੇਟਾ। ਸੰਧੂ ਲਖਮੀਰ ਸਿੰਘ ਸੰਧੂ ਗੋਤ ਹੈ ਤੇ ਇਸ ਕਰਕੇ ਸੰਧ ਵੇਟਾ ਲਿਖਿਆ ਹੈ। ਸੰਧੂ ਗੋਤ ਦਾ ਲਖਮੀਰ ਸਿੰਘ ਘਰਿਆਲੇ ਦਾ ਸੀਗਾ। ਇਹ ਉਹੀ ਸਿੰਘ ਸੀ ਜਿਹੜਾ ਘੋੜੀਆਂ ਵੇਚ ਕੇ ਆਇਆ ਸੀਗਾ। ਘੋੜੀਆਂ ਕੱਢੀਆਂ ਤੇ ਅਮਰ ਸਿੰਘ ਬਘੇਰ ਸਿੰਘ ਨੇ ਤੇ ਵੇਚੀਆਂ ਲਖਮੀਰ ਸਿੰਘ ਨੇ। ਸੋ ਇਹ ਲਖਮੀਰ ਸਿੰਘ ਇਹ ਵੀ ਤਾਰਾ ਸਿੰਘ ਦੇ ਕਡੇਰੇ ਆ ਗਿਆ ਸ਼ਹੀਦੀ ਪਾਉਣ ਵਾਸਤੇ। ਆਏ ਕਰੇ ਤਾਰੇ ਸਿੰਘ ਸੋ ਭੇਟਾ। ਆ ਗਏ ਇਹ ਮਿਲਿਆ ਭਾਈ ਤਾਰਾ ਸਿੰਘ ਨੂੰ ਲਖਮੀਰ ਸਿੰਘ ਸੰਧੂ। ਦੋ ਸਿੰਘ ਪੜਾਣੀਏ ਸੰਧੂ ਆਣ ਰਲੇ। ਪੜਾਣੇ ਪਿੰਡ ਦੇ ਦੋ ਸੰਧੂ ਸਿੰਘ ਸਨ। ਪੜਾਣਾ ਜਿਹੜਾ ਸਾਧ ਸੰਗਤ ਜੀ ਤੁਸੀਂ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਨਾਂ ਸੁਣਿਆ, ਇਹ ਵੀ ਪੜਾਣੇ ਦੇ ਹੋਏ ਆ, ਪਰ ਇਹਨਾਂ ਦੀ ਬਾਅਦ ਵਿੱਚ ਸ਼ਹੀਦੀ ਆਉਣੀ ਆ ਜੇ। ਇਹ ਪਹਿਲਾਂ ਤੋਂ ਹੀ ਪਿੰਡ ਸਿੱਖਾਂ ਦਾ ਹੈ। ਸੋ ਪੜਾਣੇ ਦੇ ਵਿੱਚ ਜਿਹੜਾ ਸੀਗਾ ਸੂਬਾ ਜ਼ਕਰੀਆ ਖਾਨ, ਉਹਦੀ ਭੈਣ ਖਾਨੋ ਵਿਆਹੀ ਹੋਈ ਸੀਗੀ। ਖਾਨੋ ਜਿਹੜੀ ਸੀ ਉਹ ਪੜਾਣੇ ਵਿਆਹੀ ਹੋਈ ਸੀਗੀ ਤੇ ਸਿੰਘ ਵੀ ਉੱਥੇ ਸੀਗੇ, ਪਰ ਸਰਕਾਰ ਦਾ ਡੰਗ ਬੜਾ ਤਿੱਖਾ ਸੀ। ਉਹਦੀ ਭੈਣ ਬੜੀ ਜ਼ਾਲਮ ਸੀ। 1400 ਸਿੰਘ ਉਹਨੇ ਸ਼ਹੀਦ ਕਰਾਏ ਮਾਝੇ 'ਚ, ਉਹਦੀ ਭੈਣ ਨੇ। ਇਸੇ ਕਰਕੇ ਬੋਤਾ ਸਿੰਘ ਨੇ ਲਿਖਿਆ ਸੀ ਨਾ ਜ਼ਕਰੀਆ ਖਾਨ ਨੂੰ ਵੀ ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਸੋਟਾ ਮੋਟਾ, ਲਵਾਂ ਜਗਾਤ ਖਲੋਤਾ, ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ, ਤੂੰ ਨਲਾਇਕ ਖੋਤਾ ਤੇ ਇਥੋਂ ਰਾਜ ਨਹੀਂ ਹੋਤਾ, ਤੂੰ ਜਾਏਗਾ ਦਰਗਹਿ ਰੋਤਾ, ਤੂੰ ਆਖੀ ਭਾਬੀ ਖਾਨਣ ਨੂੰ ਤੇਰਾ ਦੇਵਰ ਹੈਗਾ ਸਿੰਘ ਬੋਤਾ। ਉਹ ਭਾਬੀ ਤਾਂ ਹੀ ਕਿਹਾ ਸੀ, ਉਹਦੇ ਪਿੰਡ 'ਚ ਵਿਆਹੀ ਹੋਈ ਸੀ ਤੇ ਉਹਨੂੰ ਇਹ ਬਚਨ ਜੋ ਕਹੇ ਸੀਗੇ। ਇਸ ਕਰਕੇ ਖਾਲਸਾ ਜੀ ਇਹ ਪੜਾਣੇ ਪਿੰਡ ਦੇ ਸੂਰਬੀਰ ਸਿੰਘਾਂ 'ਚੋਂ ਦੋ ਸਿੰਘ ਤਾਰਾ ਸਿੰਘ ਕੋਲ ਆ ਗਏ। ਆਲੀ ਸਿੰਘ ਗੁਰਬਖਸ਼ ਸਿੰਘ ਭਲੇ। ਇਹਨਾਂ ਦੇ ਨਾਂ ਸੀ ਆਲੀ ਸਿੰਘ ਤੇ ਗੁਰਬਖਸ਼ ਸਿੰਘ। ਪੜਾਣੇ ਰਹਿੰਦੇ ਸੀ, ਸੰਧੂ ਗੋਟ ਦੇ ਸਿੰਘ ਸਨ।
ਭੀਮ ਸਿੰਘ ਬਾਦਲ ਸਿੰਘ ਰਤੋਂ ਕੀ ਆਏ। ਰਤੋ ਕੇ ਪਿੰਡਾਂ, ਰਤੋ ਕੇ ਨਗਰ ਹੈ, ਰਤੋ ਕੇ ਮਾਝੇ ਚ ਪ੍ਰਸਿੱਧ ਹੈ। ਉਥੋਂ ਭੀਮ ਸਿੰਘ ਤੇ ਬਾਦਲ ਸਿੰਘ ਦੋ ਸੂਰਮੇ ਆਏ। ਸੁਣਤ ਅਰਦਾਸ ਆਏ ਤੇ ਉਧਾਏ। ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਕਾ ਖਾਲਸਾ ਸ਼ਹੀਦੀਆਂ ਦੀ ਤਿਆਰੀ ਕਰ ਰਿਹਾ ਹੈ, ਤਾਂ ਦੋਵੇਂ ਸਿੰਘ ਉੱਥੋਂ ਚੱਲ ਕੇ ਆਏ ਰਤੋ ਕਿਆਂ ਤੋਂ। ਆਲੀ ਸਿੰਘ, ਗੁਰਬਖਸ਼ ਸਿੰਘ, ਬਾਦਲ ਸਿੰਘ ਆਦਿਕ। ਮੇਘ ਸਿੰਘ ਮਦਰਾ ਦਾ ਗਿੱਲ। ਮਦਰਾ ਦਾ ਪਿੰਡ ਦਾ ਰਹਿਣ ਵਾਲਾ ਗਿੱਲ ਗੋਤ ਵਿੱਚੋਂ ਭਾਈ ਮੇਘ ਸਿੰਘ ਆ ਗਿਆ। ਹਾਤਾ ਸਿੰਘ ਚੁੰਗੋ ਹੁੱਤ ਜਿੱਲ। ਹਾਤਾ ਸਿੰਘ ਚੁੰਗ ਇਹ ਵੀ ਆ ਗਿਆ ਸਿੰਘ। ਬੁਲਾਕਾ ਸਿੰਘ ਸਾਂਗਣ ਦਾ ਸੇਖੋ। ਸੇਖੋਂ ਗੋਤ ਵਿੱਚੋਂ ਬਲਾਕਾ ਸਿੰਘ ਸਾਂਗਣਾ ਤੋਂ ਆਇਆ। ਜੋਧ ਸਿੰਘ ਬਾਜਵਾ ਨਾਰੋਵਾਲੋਂ ਲੇਖੋ। ਨਾਰੋਵਾਲ ਤੋਂ ਜੋਧ ਸਿੰਘ ਬਾਜਵਾ ਆਇਆ। ਦੋਹਰਾ ਭੋਗੜ ਸਿੰਘ ਔਰ ਸਾਲ ਸਿੰਘ ਪਰਦੇਸੀ ਪਿਸ਼ੌਰੀਏ ਜੋਏ। ਪਰਸ਼ੌਰ ਪਰੇ ਪਾਕਿਸਤਾਨ ਵਿੱਚ ਰਹਿ ਗਿਆ, ਬੜਾ ਪੁਰਾਣਾ ਵੱਡਾ ਸ਼ਹਿਰ ਹੈ, ਪਿਸ਼ਾਵਰ ਕਹਿੰਦੇ ਉਹਨੂੰ। ਉਸ ਪਿਸ਼ਾਵਰ ਤੋਂ ਦੋ ਸਿੰਘ ਭੋਗੜ ਸਿੰਘ ਤੇ ਰਸਾਲ ਸਿੰਘ ਇਹ ਉੱਥੋਂ ਆਏ। ਦੇਖੋ ਕਿੱਡੇ ਕਿੱਡੇ ਸਿੰਘਾਂ ਨੇ ਪ੍ਰੇਮ ਸੀਗੇ। ਉਹ ਸਿੰਘ ਜਿਹੜੇ ਸੀ ਭਾਵੇਂ ਉਹ ਰਹਿੰਦੇ ਉਧਰ ਸਨ, ਪਰ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਸੀ ਉਦੋਂ ਭਾਈ ਤਾਰਾ ਸਿੰਘ ਜੀ ਕੋ ਆਜ ਕੇ ਰਹਿੰਦੇ ਸਨ। ਸੋ ਇੱਥੇ ਹੀ ਰਹਿ ਰਹੇ ਸਨ ਜਾਂ ਮਾਝੇ 'ਚ ਕਿਤੇ ਵੀ ਸਨ, ਪਰ ਹੈ ਉਹ ਪਿਸ਼ੌਰ ਦੇ ਸਨ। ਇਹਦਾ ਮਤਲਬ ਇਹ ਨਹੀਂ ਵੀ ਉੱਥੋਂ ਉਸੇ ਵੇਲੇ ਆ ਗਏ, ਪਰ ਉਹ ਹੈ ਉੱਥੋਂ ਦੇ ਰਹਿਣ ਵਾਲੇ ਪਿਸ਼ੌਰੀਏ ਸਿੱਖ ਸਨ ਉਹ ਦੋਵੇਂ ਹੀ। ਤੇ ਆਮ ਤੌਰ ਤੇ ਆਪਾਂ ਸਮਝਦੇ ਹਾਂ ਵੀ ਪਿਸ਼ੌਰੀਏ ਜਿਹੜੇ ਉਹਦਾ ਦੁਕਾਨਦਾਰ ਹੀ ਹੁੰਦੇ ਆ, ਕੰਮਕਾਰ ਕਰਨ ਵਾਲੇ, ਪਰ ਉਸ ਸਮੇਂ ਇਹੋ ਜਿਹੇ ਸਿੰਘ ਵੀ ਸਨ ਜਿਹੜੇ ਆਪਣਾ ਕੰਮਕਾਰ ਵੀ ਕਰਦੇ ਤੇ ਜੰਗ ਯੁੱਧਾਂ ਵਿੱਚ ਹਾਜ਼ਰੀ ਭਰਦੇ ਸਨ। ਹਾਂਜੀ, ਉਤੋਂ ਤਾਰਾ ਸਿੰਘ ਭੀ ਵਹਿ ਸੰਗੈ ਉਨ ਮਿਥੀ ਸ਼ਹੀਦੀ ਦੋਏ। ਉਹ ਪਿਸ਼ੌਰੀਏ ਸਿੰਘਾਂ ਨੇ ਵੀ ਸ਼ਹੀਦੀ ਦਾ ਬਾਟਾ ਪੀਣ ਲਈ ਤਾਰਾ ਸਿੰਘ ਨੂੰ ਆ ਫਤਿਹ ਗਜਾਈ। ਜਾਓ ਪਈ ਦੋਏ ਹੁਤੇ ਕਰਬਾਠਾਂ ਕੇ ਕਰਬਾਠ। ਕਰਬਾਠ ਨਗਰ ਤੋਂ ਕਰਬਾਠਾਂ ਦੇ ਰਹਿਣ ਵਾਲੇ ਦੋ ਕਰਬਾਠੀਏ ਵੀ ਆ ਗਏ ਸਿੰਘ। ਸੋ ਲੈਣ ਸ਼ਹੀਦੀ ਕਰ ਆਏ ਠਾਠ। ਉਹ ਵੀ ਸ਼ਹੀਦੀ ਦੀ ਤਿਆਰੀ ਕਰਕੇ ਕਮਰ ਕਸੇ ਕਰਕੇ ਬੰਦੂਕਾਂ ਬਰਛੇ ਜੋ ਕੋਈ ਉਹਨਾਂ ਕੋਲ ਵਿਚਾਰਿਆਂ ਕੋਲ ਸੀਗੇ ਉਸ ਵੇਲੇ ਅਸਲਾ ਸ਼ਸਤਰ ਜਿੰਨਾ ਕੁ ਵੱਧ ਤੋਂ ਵੱਧ ਚੁੱਕ ਸਕਦੇ ਸਨ ਉਹਨਾਂ ਕੁ ਅਸਲਾ ਚੁੱਕ ਕੇ ਲੈ ਆਏ। ਰਹਿਓ ਹੁਤੋ ਅਮਰ ਸਿੰਘ ਭਸਿਓ ਵਾਲ। ਕਿਉਂਕਿ ਬਾਬਾ ਬਘੇਲ ਸਿੰਘ ਜੀ ਜਿਹੜੇ ਨਿਹੰਗ ਸਿੰਘ ਸ਼ਹੀਦ ਹੋ ਗਏ ਨੇ ਉਹਨਾਂ ਦੇ ਨਾਲ ਸੁਨਹਿਰੀਏ ਭਾਈ ਸਨ ਬਾਬਾ ਅਮਰ ਸਿੰਘ ਜੀ ਨਿਹੰਗ ਸਿੰਘ ਪੁੱਛਿਓ। ਉਹਨਾਂ ਨੂੰ ਬੜਾ ਦੁੱਖ ਸੀ ਵੀ ਮੇਰਾ ਭਰਾ ਸ਼ਹੀਦ ਹੋ ਗਿਆ, ਮੈਂ ਕਿਉਂ ਨਹੀਂ ਹੋਇਆ ਨਾਲ। ਇੰਨਾ ਪ੍ਰੇਮ ਸੀਗਾ ਦੋਵਾਂ ਦਾ, ਉਹ ਕਹਿੰਦੇ ਇਕੱਠੇ ਹੀ ਮਰੀਏ, ਇੰਨੀ ਚਾਹਨਾ ਸੀਗੀ। ਅਮਰ ਸਿੰਘ ਰਹਿ ਗਿਆ ਸੀ, ਬਘੇਲ ਸਿੰਘ ਸ਼ਹੀਦ ਹੋ ਗਿਆ ਸੀ। ਅਮਰ ਸਿੰਘ ਨੇ ਆਖਿਆ ਮੈਂ ਵੀ ਆਪਣੇ ਭਰਾ ਦੇ ਪਿੱਛੇ ਪਿੱਛੇ ਹੀ ਜਾਣਾ। ਉਹ ਵੀ ਆ ਗਿਆ ਤਾਰਾ ਸਿੰਘ ਦੇ ਡੇਰੇ ਪੁੱਸੇ ਪਿੰਡ ਤੋਂ ਚੱਲ ਕੇ। ਆਏ ਰਹਿਓ ਵਾਹੋ ਭੀ ਤਾਰੇ ਸਿੰਘ ਨਾਲ। ਉਹ ਵੀ ਤਾਰਾ ਸਿੰਘ ਦੇ ਕੋਲ ਆ ਕੇ ਰਹਿ ਗਿਆ ਭਾਈ ਬਘੇਲ ਅਮਰ ਸਿੰਘ ਜਿਹੜਾ ਸੀਗਾ। ਸਭੈ ਸਿੰਘ ਰਲ 22 ਭਏ। ਇਹ ਤਾਂ ਖਾਲਸਾ ਦੀ ਗਿਣਤੀ ਸਿੰਘਾਂ ਦੀ 22 ਹੋ ਗਈ। 22 ਲੱਖ ਫੌਜਾਂ ਖਾਲਸੇ ਦੀਆਂ ਕਤਲ ਹੋ ਗਈਆਂ। ਕਿਛ ਅਗਲੇ ਕਿਛ ਮਗਰੋਂ ਆਏ। ਕੁਝ ਪਹਿਲਾਂ ਹੀ ਬਾਬਾ ਜੀ ਦੀ ਛਾਉਣੀ 'ਚ ਰਹਿੰਦੇ ਸੀ ਤੇ ਕੁਝ ਹੋਰ ਆ ਗਏ। ਇਸ ਤਰ੍ਹਾਂ 22 ਸਿੰਘਾਂ ਦੀ ਫੌਜ ਜੰਗ ਨੂੰ ਤਿਆਰ ਹੋਈ। ਕਿਲਾ ਕੋਟ ਥੇ ਨਹਿ ਉਨ ਪਾਹੇ। ਦੇਖੋ ਕੈਸੇ ਉਹਨਾਂ ਦੇ ਨਿਸ਼ਚੇ ਸਨ ਕਿ ਉਹਨਾਂ ਕੋਲ ਕੋਈ ਕਿਲਾ ਵੀ ਨਹੀਂ ਸੀ, ਕੋਈ ਕੋਟ ਨਹੀਂ ਸੀ ਜਿਹਦੀ ਚਾਰ ਦੀਵਾਰੀ 'ਚ ਖੜ ਕੇ ਮੁਕਾਬਲਾ ਕਰ ਸਕਦੇ। ਉਨ ਸੀਸ ਲਗਾਵਣ ਕੀ ਭਈ ਚਾਹ। ਬਸ ਉਹਨਾਂ ਨੂੰ ਇੱਕੋ ਹੀ ਇੱਛਾ ਸੀ ਵੀ ਸ਼ਹੀਦੀ ਪਾਣੀ ਹੈ, ਸੀਸ ਗੁਰੂ ਦੇ ਲੇਖੇ ਲਾਣੇ ਹਨ। ਤੁਰਤ ਸਿੰਘਨ ਇੱਕ ਥੰਮ ਕਢਾਇਓ। ਉਹਨਾਂ ਨੇ ਇੱਕ ਥੰਮ ਕੱਢ ਕੇ ਵੱਡਾ ਸਾਰਾ ਲੱਕੜਾ ਵੱਢ ਕੇ ਤੇ ਉਹਦਾ ਗੱਡ ਦਿੱਤਾ ਮੈਦਾਨੇ ਜੰਗ ਵਿੱਚ। ਇਹਨੂੰ ਥੰਮ ਕਹਿੰਦੇ, ਰਣ ਥੰਬਾ। ਰਣ ਥੰਬਾ ਹੁੰਦਾ ਵੀ ਇੱਥੇ ਇਹ ਨਿਸ਼ਾਨ ਸਾਡਾ ਗੱਡਿਆ ਹੋਇਆ, ਦੇਖਾਂਗੇ ਕਿਹੜਾ ਇਹਦੇ ਨੇੜੇ ਆਉਂਦਾ। ਉਹ ਮੈਦਾਨ ਵਿੱਚ ਗੱਡ ਦਿੱਤਾ ਜਾਂਦਾ ਹੈ, ਉਹ ਨਿਸ਼ਾਨੀ ਹੁੰਦੀ ਹੈ ਜੰਗ ਦੀ। ਸੂਰਬੀਰਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ। ਬਾਬਾ ਤਾਰਾ ਸਿੰਘ ਜੀ ਨੇ ਇੱਕ ਥੰਬਾ ਗੱਡ ਦਿੱਤਾ ਮੈਦਾਨੇ ਜੰਗ ਵਿੱਚ। ਦੇਖ ਭੂਮ ਭਲੀ ਠੌਰ ਗਡਾਇਓ। ਚੰਗੇ ਮੈਦਾਨ ਵਿੱਚ ਖੜੇ ਮੈਦਾਨ ਰੜੇ ਮੈਦਾਨ ਵਿੱਚ ਥੰਬਾ ਗੱਡਿਆ, ਖਾਲਸੇ ਨੇ ਨਿਸ਼ਾਨ ਚਲਾ ਦਿੱਤਾ। ਕਰ ਝਟਕੇ ਖਲ ਛੇਲਾ ਕਢਵਾਏ। ਔਰ ਚਟੰਗੇ ਦਾ ਝਟਕਾ ਕਰਕੇ ਉਹਦੀ ਖਲ ਲਾ ਕੇ ਤੇ ਉਹਦਾ ਨਗਾਰਾ ਬਣਾ ਲਿਆ। ਨਗਾਰੇ ਵੀ ਉਦੋਂ ਕਿੱਥੇ ਮਿਲਦੇ ਸੀਗੇ, ਤੇ ਉਹ ਖਲ ਦੇ ਨਾਲ ਜਿਹੜਾ ਉਹ ਮਟਕਾ ਤੋੜ ਕੇ ਨਾ ਤੇ ਮਟਕੇ ਨੂੰ ਉੱਤੋਂ ਬਰਾਬਰ ਕਰਕੇ ਤੇ ਉੱਤੇ ਉਹਦੀ ਖਲ ਪਾ ਕੇ ਤੇ ਨਗਾਰਾ ਮੜ ਲਿਆ। ਲੈ ਉਹ ਨਗਾਰੋ ਤੁਰਤ ਮੜਾਈ। ਨਗਾਰਾ ਮੜ ਕੇ ਨਗਾਰਾ ਵੀ ਵਜਾਣ ਲੱਗੇ ਤੇ ਰਣ ਥੰਬਾ ਵੀ ਗੱਡ ਦਿੱਤਾ। ਯਾਨੀ ਜੰਗ ਦੀ ਜਿੰਨੀ ਕੁ ਤਿਆਰੀ ਹੁੰਦੀ ਹੈ ਇਹਨਾਂ 22 ਸਿੰਘਾਂ ਨੇ ਕਰ ਲਈ। ਵਾਂਗ ਟਮਕ ਤਿੰਨ ਦਰਾ ਲਗਾਇਆ। ਔਰ ਜਿਵੇਂ ਟਮਕ ਢੋਲ ਵਜਾਈਦੇ ਨਾ ਤੇ ਉਹਨਾਂ ਨੇ ਨਗਾਰੇ ਤੇ ਡੱਗਾ ਮਾਰਿਆ। ਫਿਰ ਖਾਲਸੋ ਆਗਿਓ ਕਹਿ ਵਜਵਾਇਆ।
ਤੇ ਨਗਾਰਾ ਵਜਾਉਣ ਦਾ ਮਤਲਬ ਹੁੰਦਾ ਵੀ ਖਾਲਸਾ ਆਕੀ ਹੋ ਗਿਆ, ਹੁਣ ਸਰਕਾਰ ਦੀ ਪਰਵਾਹ ਨਹੀਂ ਹੈ। ਨਗਾਰਾ ਉਹੀ ਵਜਾਉਂਦਾ ਜਿਹੜਾ ਆਕੀ ਹੋਵੇ। ਜਿਹੜਾ ਨਗਾਰਾ 10ਵੇਂ ਪਾਤਸ਼ਾਹ ਨੇ ਵਜਾਇਆ, ਰਣਜੀਤ ਨਗਾਰਾ ਕਿਉਂ ਵਜਾਇਆ? ਕਿਉਂਕਿ ਰਣਜੀਤ ਨਗਾਰੇ ਤੋਂ ਪਹਿਲਾਂ ਸਿਰਫ ਔਰੰਗਜ਼ੇਬ ਦਾ ਨਗਾਰਾ ਵੱਜ ਸਕਦਾ ਸੀ, ਹੋਰ ਕਿਸੇ ਦਾ ਨਗਾਰਾ ਨਹੀਂ ਸੀ ਵੱਜ ਸਕਦਾ। ਨਗਾਰਾ ਵਜਾਣਾ ਬਗਾਵਤ ਦੀ ਨਿਸ਼ਾਨੀ ਹੈ ਵੀ ਇਹ ਸਰਕਾਰ ਦੇ ਖਿਲਾਫ ਹੋ ਗਏ ਹੁਣ ਖੁੱਲੇ ਸ਼ਰੇਆਮ। ਸਿੰਘਾਂ ਨੇ ਨਗਾਰੇ ਚੋਭਾਂ ਲਾ ਕੇ ਦੱਸ ਦਿੱਤਾ ਵੀ ਅਸੀਂ ਹੁਣ ਕਿਸੇ ਦੀ ਪਰਵਾਹ ਨਹੀਂ ਕਰਦੇ। ਤੁਰਕ ਚੜਿਓ ਕਿਤ ਮੋੜ ਮਤ ਜਾਵੇ, ਕਿਤੇ ਤੁਰਕ ਜੰਗ ਨੂੰ ਚੜਿਆ ਮੁੜ ਕੇ ਨਾ ਚਲਾ ਜਾਵੇ, ਇਹ ਸੋਚ ਕੇ ਵੀ ਸਿੰਘ ਠੰਡੇ ਪਏ ਹੋਏ ਆ। ਉਹਨਾਂ ਨੂੰ ਲਲਕਾਰਾ ਪੂਰਾ ਮਾਰਿਆ ਖਾਲਸੇ ਨੇ। ਨਿਸ਼ਾਨ ਕੱਢਣ ਦਾ ਮਤਲਬ ਇਹ ਹੈ ਵੀ ਨਿਸ਼ਾਨ ਸਾਡਾ ਝੂਲਦਾ, ਅਸੀਂ ਰਾਜੇ ਆ, ਬਾਦਸ਼ਾਹ ਆ। ਨਗਾਰਾ ਵਜਾਉਣ ਦਾ ਮਤਲਬ ਹੈ ਅਸੀਂ ਬਾਗੀ ਆ। ਸੋ ਦੋਵਾਂ ਗੱਲਾਂ ਤੋਂ ਨਿਸ਼ਾਨ ਸਾਹਿਬ ਤੇ ਨਗਾਰਾ ਇਹ ਖਾਲਸੇ ਦੀ ਸਾਧ ਸੰਗਤ ਜੀ ਵੱਡੀਆਂ ਸ਼ਕਤੀਆਂ ਹਨ। ਅੱਜ ਕੱਲ ਦੇ ਲੋਕਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ, ਮਰਜ਼ਾਦਾ ਹੀ ਨਹੀਂ ਪਤਾ ਵੀ ਨਿਸ਼ਾਨ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ। ਜੇ ਕੋਈ ਗੁਰੂ ਕਾ ਪਿਆਰਾ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰ ਦੇਵੇ ਤਾਂ ਉਹਦੇ ਨਾਲ ਲੜ ਪੈਂਦੇ ਆ, ਕਹਿੰਦੇ ਨਿਸ਼ਾਨ ਸਾਹਿਬ ਨੂੰ ਕਿਉਂ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਨੂੰ ਟੇਕੋ। ਉਹ ਭਲੇ ਮਾਨਸਾ ਜੇ ਨਿਸ਼ਾਨ ਸਾਹਿਬ ਨਾ ਹੋਵੇ ਤੇ ਕੀ ਪਤਾ ਲੱਗੇ ਵੀ ਇਹ ਗੁਰਦੁਆਰਾ ਹੈ। ਸਾਡੀ ਸ਼ਾਨ ਆਨ ਮਾਨ ਮਰਜ਼ਾਦਾ ਦਾ ਪਤਾ ਨਿਸ਼ਾਨ ਸਾਹਿਬ ਤੋਂ ਜਾਂ ਨਗਾਰੇ ਤੋਂ ਲੱਗਦਾ ਹੈ। ਨਗਾਰਾ ਤੇ ਨਿਸ਼ਾਨ ਸਾਹਿਬ ਇਹ ਵੱਡੀਆਂ ਸ਼ਕਤੀਆਂ ਪੰਥ ਖਾਲਸੇ ਦੀਆਂ। ਆਪਾਂ ਪੁਰਾਤਨ ਸਿੰਘਾਂ ਦੇ ਅਰਦਾਸਿਆਂ ਵਿੱਚ ਸੁਣਦੇ ਆ, ਉਹ ਜਦੋਂ ਗੁਰੂ ਸਾਹਿਬ ਦਾ ਨਾਮ ਲੈਂਦੇ ਆ ਨਿਸ਼ਾਨਾ ਨਗਾਰਿਆਂ ਦਾ ਵੀ ਲੈਂਦੇ ਆ ਵੀ ਨਿਸ਼ਾਨਾ ਨਗਾਰਿਆਂ ਕਰਕੇ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੈ। ਸੋ ਬਾਬਾ ਤਾਰਾ ਸਿੰਘ ਜੀ ਨੇ ਨਗਾਰਾ ਵੀ ਮੜ ਲਿਆ ਤੁਰਤੀ ਤੇ ਨਗਾਰੇ ਦੇ ਚੋਭਾਂ ਵੀ ਲਾ ਦਿੱਤੀਆਂ। ਪਰ ਜ਼ਰੂਰ ਹਮ ਉੱਪਰ ਆਵੇ, ਇਹ ਨਗਾਰਾ ਵਜਾਉਣ ਦਾ ਇਹ ਮਤਲਬ ਸੀ ਆਓ ਬਈ ਹੁਣ ਅਸੀਂ ਲੜਨਾ ਹੀ ਲੜਨਾ, ਮੁੜ ਕੇ ਨਾ ਚਲੇ ਜਾਇਆ ਜੇ ਕਿਤੇ ਸੁੱਕੇ, ਜੰਗ ਕਰਾਂਗੇ ਅਸੀਂ। ਦੋਹਰਾ ਕਰ ਸਲਾਹ ਇਕੱਠੇ ਭਏ ਸਤਿਗੁਰ ਕੀ ਆਸ। ਸੋ ਖਾਲਸਾ ਕਤਲ ਹੋਇਆ, ਸਾਰਿਆਂ ਨੇ ਅਰਦਾਸੇ ਸੋਧੇ, ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਿਤਾ ਜੀ ਨੂੰ ਯਾਦ ਕੀਤਾ। ਪੜੈ ਬਾਣੀਆਂ ਗੁਰੂ ਕੀ ਇਕਣ ਹੋਏ ਕਰ ਰਾਸ। ਆਹਾ, ਇਹ ਬਾਣੀ ਪੜ੍ਹਦੇ ਆ ਸਿੰਘ, ਦਿਨ ਰਾਤ ਬਾਣੀ ਤੇ ਜ਼ੋਰ ਹੈ, ਕਿਉਂਕਿ ਬਾਣੀ ਨੇ ਸਰੀਰ ਤੋਂ ਉੱਪਰ ਕਰ ਲੈਣਾ, ਸੁਰਤ ਸ਼ਬਦ ਵਿੱਚ ਜੋੜ ਦੇਣੀ। ਪੜ੍ਹੈ ਬਾਣੀਆਂ ਗੁਰੂ ਕੀ ਬਾਣੀ ਪੜ੍ਹਦੇ ਮਹਾਰਾਜ ਕਿਰਪਾ ਰੱਖਿਆ ਜੇ ਜੰਗ ਦੇ ਮੈਦਾਨ 'ਚ ਕਿਤੇ ਡੋਲ ਨਾ ਜਾਈਏ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹਾਂਜੀ ਚਾਓ ਪਈ ਅਬ ਫਿਰ ਬਾਤ ਤੁਰਕਨ ਵੱਲ ਆਈ। ਸੋ ਖਾਲਸਾ ਜੀ ਹੁਣ ਤੁਰਕਾਂ ਦੀ ਵੀ ਸੁਣੋ। ਜ਼ਕਰੀਆ ਖਾਨ ਤੇ ਉਹਦੇ ਕੋਲ ਪਹੁੰਚਿਆ ਜਾਫਰ ਬੇਗ, ਇਹਨਾਂ ਦਾ ਕੀ ਬਣਿਆ ਸੁਣੋ ਜਰਾ। ਸੁਣੋ ਸੰਤ ਅਬ ਗੁਰਮੁਖ ਭਾਈ। ਇਹ ਗੁਰੂ ਕੇ ਖਾਲਸਾ ਜੀ ਗੁਰਮੁਖ ਪਿਆਰਿਓ ਸੁਣੋ, ਹੁਣ ਖਾਲਸੇ ਦੀ ਜੋ ਜੰਗ ਹੋਣੀ ਹੈ ਤੁਰਕਾਂ ਨਾਲ, ਤੁਰਕਾਂ ਨੂੰ ਕਿੰਨਾ ਕੁ ਫਿਕਰ ਪਿਆ, ਕਿੰਨਾ ਕੁ ਬੰਦੋਬਸਤ ਕਰਦੇ ਆ। ਹਾਂਜੀ ਪੱਟੀਵਾਲ ਜਬ ਲਾਹੌਰ ਗਇਓ। ਜਦੋਂ ਪੱਟੀਵਾਲਾ ਜਾਫਰ ਬੇਗ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਚੁੱਕ ਕੇ ਜ਼ਕਰੀਆ ਦੀ ਕਚਹਿਰੀ 'ਚ ਪਹੁੰਚਿਆ, ਹਵਾਲ ਆਪਨੋ ਨਿਬਾਬ ਦਿਖਾਇਓ। ਉਹਨੇ ਜਾ ਕੇ ਆਪਣਾ ਰੋਣਾ ਪਿੱਟਣਾ ਨਵਾਬ ਨੂੰ ਦੱਸਿਆ। ਦੇਖ ਨਿਬਾਬਹ ਲੱਗ ਗਈ ਆਗ। ਨਵਾਬ ਨੂੰ ਅੱਗ ਲੱਗ ਗਈ, ਸੜ ਬਲ ਗਿਆ, ਤਿੰਨੇ ਕੱਪੜੇ ਅੱਗ ਲੱਗ ਗਈ ਉਹਦੇ। ਸੁਤੋ ਸ਼ੇਰ ਜਨ ਉਠਿਓ ਜਾਗ। ਨਵਾਬ ਬੜਾ ਗੁੱਸੇ 'ਚ ਆਇਆ ਜ਼ਕਰੀਆ ਖਾਨ। ਜਿਮ ਜਿਮ ਨਾਮ ਵੈ ਸਿੰਘਨ ਸੁਣਾਵੇ। ਜਿਵੇਂ ਜਿਵੇਂ ਜਾਫਰ ਬੇਗ ਸਿੰਘਾਂ ਦੇ ਨਾਂ ਦੱਸਦਾ ਸੀ ਨਾ, ਤਾਰਾ ਸਿੰਘ, ਅਮਰ ਸਿੰਘ, ਬਘੇਲ ਸਿੰਘ, ਇਹਨਾਂ ਦੇ ਕਾਰਨਾਮੇ ਸੁਣ ਸੁਣ ਕੇ ਜ਼ਕਰੀਆ ਨੂੰ ਅੱਗ ਲੱਗਦੀ ਜਾਂਦੀ ਸੀ। ਜਨ ਆਤਸ ਪਰ ਵੈ ਬਰੂਦ ਪਾਵੇ। ਜਿਵੇਂ ਕਹਿੰਦੇ ਅੱਗ ਦੇ ਉੱਤੇ ਬਰੂਦ ਪਾਈਏ ਤੇ ਅੱਗ ਭੜਕਦੀ ਹੈ, ਏਦਾਂ ਸਮਝੋ ਜ਼ਕਰੀਆ ਭੜਕ ਰਿਹਾ ਸੀਗਾ। ਹਮ ਤਉ ਸਿੰਘ ਛੱਡਿਓ ਕਿਤ ਨਾਹੀ। ਕਹਿੰਦਾ ਓਏ ਮੈਂ ਤੇ ਸਿੰਘ ਛੱਡੇ ਕੋਈ ਨਹੀਂ, ਮੈਂ ਤੇ ਸਿੰਘਾਂ ਦੀ ਲੱਕ ਤੋੜਤੀ। ਇਹ ਕਿੱਥੋਂ ਆ ਗਿਆ ਤਾਰਾ ਸਿੰਘ? ਅਬ ਕਿਤ ਉੱਠ ਖੜਾ ਹੋਏ ਬਲਾਈ। ਇਹ ਕਿੱਥੋਂ ਬਲਾਵਾਂ ਪੈਦਾ ਹੋ ਗਈਆਂ? ਮੈਂ ਤੇ ਮੁਕਾ ਕੇ ਖਤਮ ਕੀਤੇ, ਬੰਦੇ ਬਹਾਦਰ ਨੂੰ ਮਸੀਂ ਕਾਬੂ ਕੀਤਾ, ਕਿਉਂਕਿ ਬੰਦੇ ਬਹਾਦਰ ਨੂੰ ਦਿੱਲੀ ਪਹੁੰਚਾਉਣ ਵਿੱਚ ਜ਼ਕਰੀਏ ਦੇ ਪਿਓ ਦਾ ਸਭ ਤੋਂ ਜ਼ਿਆਦਾ ਰੋਲ ਸੀ, ਅਬਦੁਲ ਸ਼ਮੁੰਦ ਖਾਨ ਦਾ। ਉਦੋਂ ਉਹ ਸੂਬੇਦਾਰ ਸੀਗਾ, ਬਾਅਦ ਵਿੱਚ ਉਹਨੂੰ ਮੁਲਤਾਨ ਭੇਜਤਾ ਸੀ ਬਾਦਸ਼ਾਹ ਨੇ, ਤੇ ਜਿਹੜਾ ਲਾਹੌਰ ਦਾ ਸੂਬੇਦਾਰ ਜ਼ਕਰੀਆ ਨੂੰ ਬਣਾਤਾ ਸੀ, ਪੁੱਤਰ ਨੂੰ ਪਿਓ ਦੀ ਬਦਲੀ ਕਰਤੀ ਸੀ। ਸੋ ਜ਼ਕਰੀਆ ਹੁਣ ਲਾਹੌਰ 'ਚ ਬੈਠਾ ਹੈ ਤੇ ਲਗਭਗ ਪੂਰੇ 20-21 ਸਾਲ ਇਹ ਲਾਹੌਰ ਦਾ ਸੂਬੇਦਾਰ ਰਿਹਾ ਖਾਲਸਾ ਜੀ, 20-21 ਸਾਲ। ਸੋ ਕਹਿੰਦਾ ਕਿ ਮੈਂ ਤਾਂ ਸਿੱਖਾਂ ਦੀ ਲੱਕ ਤੋੜਦੀ, ਸਿੱਖ ਖਤਮ ਕਰਤੇ, ਕਿੱਥੋਂ ਆ ਗਏ ਨੇ? ਹਮ ਮਾਰਤ ਮਾਰਤ ਥੱਕ ਗਏ। ਅਸੀਂ ਮਾਰਦੇ ਮਾਰਦੇ ਥੱਕ ਗਏ ਨਾ ਸਿੱਖਾਂ ਨੂੰ। ਵੈ ਅੱਗਿਓਂ ਬਹੁ ਵੱਧਤੇ ਭਏ। ਇਹ ਅੱਗੋਂ ਵੱਧਦੇ ਹੀ ਜਾਂਦੇ ਨੇ, ਮੁੱਕਦੇ ਨਹੀਂ। ਤਉ ਲਾਂਬੇ ਕਾਜੀ ਨੇ ਕਹੀ। ਤਾਂ ਕੋਲ ਕਾਜੀ ਖੜਾ ਸੀਗਾ ਜ਼ਕਰੀਆ ਖਾਨ ਦਾ,
ਉਹ ਕਹਿਣ ਲੱਗਾ इनकी खबर तुम्हें कछ नहीं। ਖਾਨ ਸਾਹਿਬ ਤੁਹਾਨੂੰ ਇਹਨਾਂ ਸਿੰਘਾਂ ਦੀ ਖਬਰ ਨਹੀਂ ਹੈ, ਇਹ ਬੜੀ ਬੁਰੀ ਬਲਾ ਨੇ। जितनक बूंद सिंगन की पर ਇਹ ਤੇ ਰਕਤ ਬੀਜ ਦੈਂਤ ਨੇ, ਰਕਤ ਬੀਜ। ਉਹ ਕਾਜੀ ਕਹਿੰਦਾ ਇਹਨਾਂ ਦੀਆਂ ਜਿੰਨੀਆਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗਣਗੀਆਂ तितनक सिंह फिर होत है खर। ਉਹਨੇ ਹੀ ਸਿੰਘ ਪੈਦਾ ਹੋ ਜਾਣਗੇ। ਇਹਨਾਂ ਨੂੰ ਕੋਈ ਇਹੋ ਜਿਹਾ ਵਰ ਹੈ ਵੀ ਜਿੰਨਾ ਖੂਨ ਇਹਨਾਂ ਦਾ ਜ਼ਮੀਨ ਤੇ ਸੁੱਟੋ, ਜਿੰਨੇ ਤੁਪਕੇ ਇੱਕ ਸਿੱਖ ਦੇ ਡਿੱਗਣਗੇ ਉਹਨੇ ਸਿੱਖ ਹੋਰ ਪੈਦਾ ਹੋ ਜਾਂਦੇ ਆ। ਹਾਂਜੀ दोहरा फड़ सिंगन इहा मंगाइया। ਕਹਿਣ ਲੱਗਾ ਇੰਜ ਕਰੀਏ ਇਹਨਾਂ ਨੂੰ ਵੱਢੀਏ ਨਾ। ਕਾਜੀ ਦੇਖੋ ਆਪਣੇ ਦਿਮਾਗ ਦੀ ਸਿਆਣਪ ਦੱਸ ਰਿਹਾ। ਕਹਿੰਦਾ ਇਹਨਾਂ ਨੂੰ ਮਾਰੀਏ ਨਾ, ਇਹਨਾਂ ਨੂੰ ਫੜ ਕੇ ਇੱਥੇ ਮੰਗਾ ਲਈਏ ਲਾਹੌਰ, दैया मुंगरन सो कटवाए। ਤੇ ਇਹਨਾਂ ਦਾ ਖੂਨ ਨਾ ਨਿਕਲ ਦਈਏ, ਸਿਰ ਇਹਨਾਂ ਦਾ ਮੁੰਗਲੀ ਉਖਲੀ 'ਚ ਦੇ ਕੇ ਨਾ ਮੂਸਲ ਨਾਲ ਕੁੱਟ-ਕੁੱਟ ਕੇ ਫੇ ਕੇ ਮਾਰ ਦਈਏ। ਯਾਨੀ ਖੂਨ ਡੁੱਲਦਾ ਨਾ ਤੇ ਇਹ ਜ਼ਿਆਦਾ ਪੈਦਾ ਹੋ ਜਾਂਦੇ ਆ, ਇਹਨਾਂ ਦਾ ਖੂਨ ਨਾ ਨਿਕਲ ਦਈਏ। ਸਜਾਏ ਯਾਸਾ ਇੱਕ ਤਰੀਕਾ ਸੀਗਾ ਵੀ ਬੰਦੇ ਦਾ ਖੂਨ ਨਹੀਂ ਨਿਕਲਣ ਦੇਣਾ, ਖੂਨ ਅੰਦਰ ਹੀ ਰਵੇ ਤੇ ਬੰਦਾ ਮਰ ਵੀ ਜਾਵੇ। ਇਸ ਤਰੀਕੇ ਨਾਲ ਜਿਵੇਂ ਗੁਰੂ ਅਰਜਨ ਸਾਹਿਬ ਦਾ ਖੂਨ ਨਿਕਲਣ ਤੇ ਸਜਾਏ ਯਾਸਾ ਲਾਈ ਸੀ ਨਾ ਜਹਾਂਗੀਰ ਨੇ ਵੀ ਬਿਨਾਂ ਖੂਨ ਨਿਕਲਣ ਦੇ ਇਹਨਾਂ ਨੂੰ ਮਾਰਿਆ ਜਾਵੇ, ਖੂਨ ਨਾ ਨਿਕਲੇ ਗੁਰੂ ਅਰਜਨ ਸਾਹਿਬ ਦਾ। ਉਸ ਤਰੀਕੇ ਨਾਲ ਉਹ ਕਹਿੰਦਾ ਵੀ ਸਿੱਖਾਂ ਨੂੰ ਸਜਾਏ ਯਾਸਾ ਨਾਲ ਮਾਰੀਏ, ਇਹਨਾਂ ਦਾ ਖੂਨ ਬਾਹਰ ਨਾ ਡੁੱਲੇ, ਕਿਉਂਕਿ ਜਿੰਨਾ ਇਹਨਾਂ ਦਾ ਖੂਨ ਡੁੱਲਦਾ ਉਹਨੇ ਇਹ ਹੋਰ ਪੈਦਾ ਹੋ ਜਾਂਦੇ ਆ। ਹਾਂਜੀ रक्त ना निकसन उन पवै फिर हुए ना सिंह वधाए। ਇਹਨਾਂ ਦਾ ਖੂਨ ਨਾ ਨਿਕਲੇ, ਤੁਪਕਾ ਖੂਨ ਦਾ ਜ਼ਮੀਨ ਤੇ ਨਾ ਡਿੱਗੇ, ਕਿਉਂਕਿ ਜੇ ਖੂਨ ਡੁੱਲਦਾ ਤੇ ਇਹ ਵੱਧ ਜਾਂਦੇ ਆ, ਹੋਰ ਪੈਦਾ ਹੋ ਜਾਂਦੇ ਆ। ਹਾਂਜੀ जाओ पई ताओ एक सिपाही ऐसे कही। ਕਾਜੀ ਦੀ ਗੱਲ ਸੁਣ ਕੇ ਇੱਕ ਸਿਪਾਹੀ ਮਸਕਰੇ ਦੇ ਸੁਭਾਅ ਦਾ ਖੜਾ ਸੀ, ਉਹ ਬੋਲਿਆ काजी बात कहत है सही। ਹਾਂ ਖਾਨ ਸਾਹਿਬ, ਕਾਜੀ ਸਾਹਿਬ ਠੀਕ ਕਹਿੰਦੇ ਆ, ਇਹ ਗੱਲ ਬੜੀ ਪੱਕੀ ਵਧੀਆ ਗੱਲ ਕਹਿੰਦੇ ਆ, ਸਿਆਣੀ ਗੱਲ ਕਹਿੰਦੇ ਕਾਜੀ ਸਾਹਿਬ। इसको मोहरा दियो लगाए। ਖਾਨ ਸਾਹਿਬ ਇਹ ਕਾਜੀ ਸਾਹਿਬ ਨੂੰ ਸਾਡੇ ਨਾਲ ਭੇਜੋ ਅੱਗੇ ਲਾ ਕੇ, ਤੇ ਇਹ ਸਿੰਘਾਂ ਨੂੰ ਬੰਨ ਕੇ ਹੱਥ ਕੜੀ ਲਾ ਕੇ ਲੈ ਆਉਣਗੇ। लियावक सिंगन यह फड़वाए। ਇਹ ਫੜ ਕੇ ਲੈ ਆਊ ਸਿੰਘਾਂ ਨੂੰ, ਕਿਉਂਕਿ ਸਿੰਘ ਅੱਗੇ ਹੱਥ ਜੋੜ ਕੇ ਬੈਠੇ ਹੋਣਗੇ ਤੇ ਕਾਜੀ ਸਾਹਿਬ ਜਾ ਕੇ ਉਹਨਾਂ ਨੂੰ ਹੱਥ ਕੜੀ ਲਾ ਲੈਣਗੇ ਤੇ ਲੈ ਆਉਣਗੇ, ਫਿਰ ਇੱਥੇ ਮੁੰਗਲੀਆਂ ਨਾਲ ਕੁੱਟ-ਕੁੱਟ ਕੇ ਮਾਰ ਦੇਾਂਗੇ। ਇਹ ਗੱਲ ਬੜੀ ਵਧੀਆ ਹੈ। ਹਾਂਜੀ इन्ह ना देखे सिंगन हाथ। ਇਹ ਕਾਜੀ ਸਾਹਿਬ ਤੁਸੀਂ ਸਿੰਘਾਂ ਦੇ ਹੱਥ ਦੇਖੇ ਆ ਵੀ ਉਹ ਜਿਹੜੇ ਤੁਹਾਡੇ ਹੱਥ ਆ ਜਾਣਗੇ, ਉਹ ਕੋਈ ਸੌਖੀ ਜੀ ਗੱਲ ਹੈ? ਤੁਹਾਨੂੰ ਚਾਹੀਦਾ ਉੱਥੇ ਜਾਣਾ, ਇੱਥੇ ਮਸਲੇ ਘੜ ਕੇ ਸੁਣਾਈ ਜਾਂਦੇ ਹੋ, ਜਾ ਕੇ ਵੇਖੋ ਤਾਂ ਸਿੰਘ ਕਰਦੇ ਕੀ ਨੇ। आए मिलग यह योरू साथ। ਹਾਂ ਕਾਜੀ ਸਾਹਿਬ ਤੁਸੀਂ ਤੇ ਆਪਣੀ ਕਾਜਣ ਦੇ ਕੋਲ ਜਾ ਕੇ ਬੈਠੋ, ਉੱਥੇ ਨਹੀਂ, ਉੱਥੇ ਸਿੰਘਾਂ ਦੇ ਹੱਥ ਵੇਖਣੇ ਪੈਂਦੇ ਆ, ਖੰਡੇ ਖੜਕਦੇ ਆ, ਤੋਪਾਂ ਚੱਲਦੀਆਂ, ਤੀਰ ਛਾੜ ਕਰਦੇ, ਤੁਹਾਨੂੰ ਕੀ ਪਤਾ ਉੱਥੇ ਕੀ ਕਿਹੜੇ ਭਾਅ ਬੀਤਦੀ ਹੈ। ਹਾਂਜੀ जन काजी सिर पानी पया। ਆਗੋ ਸਿਪਾਹੀ ਮਸਕਰਾ ਜਿਹਾ ਸੀ, ਪਰ ਹੈ ਸੀ ਬੜਾ ਦਲੇਰ ਹੀ ਕਹਿ ਲੋ ਵੀ ਜਿਹਨੇ ਕਹਿ ਦਿੱਤੀ ਗੱਲ ਕਾਜੀ ਦੇ ਮੂੰਹ ਤੇ, ਉਹ ਕਾਜੀ ਦੇ ਸਿਰ ਤੇ ਮੰਨ ਲਓ ਪਾਣੀ ਪੈ ਗਿਆ, ਉੱਥੇ ਹੀ ਚੁੱਪ ਕਰ ਗਿਆ ਕਾਜੀ। बोलन जोग ना काजी रहया। ਕਾਜੀ ਬੋਲਣ ਜੋਗਾ ਨਹੀਂ ਰਿਹਾ। ਫਿਰ तब निबाब फिर ऐस सुनाई। ਤਾਂ ਜ਼ਕਰੀਆ ਖਾਨ ਕਹਿਣ ਲੱਗਾ मारो सिंगन को अब जाई। ਜਾਓ ਹੁਣ ਛੇਤੀ ਕਰੋ, ਸਿੰਘਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਵੱਢ ਕੇ ਲਿਆਓ। है कोई बड़ो बहादुर मेरा। ਹੈ ਕੋਈ ਮੇਰਾ ਬਹਾਦਰ ਸੂਰਮਾ ਯੋਧਾ मारे सिंगन को कर घेरा। ਜਿਹੜਾ ਸਿੰਘਾਂ ਨੂੰ ਘੇਰ ਕੇ ਮਾਰੇ। दीन मजब के बदले लेवा। ਆ ਦੀਨ ਮਜਬ ਦੇ ਬਦਲੇ ਲੈਣੇ, ਜਿਹੜੇ ਸਿੱਖਾਂ ਨੇ ਸਾਡੇ ਭਾਜੀਆਂ ਪਾਈਆਂ ਉਹ ਮੋੜਨੀਆਂ ਆਪਾਂ। सिंगन लुकन ना नठन देवा। ਨਾ ਸਿੰਘਾਂ ਨੂੰ ਲੁਕਣ ਦੇਵੇ ਨਾ ਨੱਠਣ ਦੇਵੇ, ਘੇਰ ਕੇ ਤਾਰਾ ਸਿੰਘ ਨੂੰ ਫੜ ਕੇ ਲਿਆਓ। कर मारो हिंदुअन कसम हजार। ਆਓ ਇਹ ਕੁਰਾਨ ਵਿੱਚ ਕਹਿੰਦੇ ਸਾਡੇ ਵੱਡਿਆਂ ਨੇ ਕਿਹਾ ਹੋਇਆ, ਭਾਵੇਂ ਐਸੀ ਗੱਲ ਨਹੀਂ ਕਹੀ ਪਰ ਇਹ ਕੋਲੋਂ ਹੀ ਬਣਾ ਲੈਂਦੇ ਆ ਇਹੋ ਜਿਹੇ ਲੋਕ। ਉਹ ਕਹਿੰਦੇ ਆ ਵੀ ਹਿੰਦੂਆਂ ਨੂੰ ਕਸਮਾਂ ਪਾ ਕੇ ਮਾਰਨਾ ਪਵੇ ਤਾਂ ਵੀ ਮਾਰ ਦਿਓ ਕਾਫਰਾਂ ਨੂੰ। है लिखे रसूल हमें यौकार। ਸਾਨੂੰ ਤਾਂ ਇਹ ਹੁਕਮ ਹੈ ਵੀ ਇਹਨਾਂ ਹਿੰਦੂਆਂ ਨੂੰ ਮਾਰਨ ਵਾਸਤੇ ਜੇ 100 ਕਸਮ ਖਾਣੀ ਪਵੇ ਝੂਠੀ ਤਾਂ ਖਾ ਲੈਣੀ ਚਾਹੀਦੀ ਹੈ। दोहरा कल्यो मोमन खां फौजदार कै संग 22 सै असवार। ਸੋ ਜ਼ਕਰੀਏ ਖਾਨ ਨੇ 2200 ਘੋੜ ਸਵਾਰਾਂ ਦੀ ਫੌਜ, 22 ਸਿੰਘਾਂ ਨੂੰ ਫੜਨ ਵਾਸਤੇ 2200 ਸਿਪਾਹੀ ਹਥਿਆਰਬੰਦ ਘੋੜ ਸਵਾਰ ਮੋਮਨ ਖਾਨ ਦੀ ਜਥੇਦਾਰੀ ਹੇਠ ਤੋਰ ਦਿੱਤੇ। 40 ਜੰਬੂਰੇ ਫੀਲ 5 और रहकले 4। ਔਰ 40 ਜੰਬੂਰੇ ਛੋਟੀਆਂ ਤੋਪਾਂ 40 ਤੇ 5 ਹਾਥੀ
ਤੇ 5 ਰਹਿ ਕਲੇ 4 ਵੱਡੀਆਂ ਤੋਪਾਂ ਜਿਹੜੀਆਂ ਹਨ। ਜਾਓ ਪਈ ਭਈ ਤਿਆਰੀ ਨਕੀਬ ਫਿਰ ਆਇਓ। ਤੇ ਇਹਦਾ ਤਿਆਰੀ ਹੋ ਗਈ ਤੇ ਅੱਗੋਂ ਨਕੀਬ ਆਇਆ। ਡੇਰਾ ਲਾਹੌਰ ਹੈ ਬਾਹਰ ਪਾਇਓ। ਫੌਜ ਤੁਰੀ ਤੇ ਲਾਹੌਰ ਤੋਂ ਬਾਹਰ ਆ ਗਈ। ਸਿੰਘਣ ਲਾਹੌਰੀਆਂ ਕਿਤ ਸੁਣ ਲਈ। ਲਾਹੌਰੀ ਸਿੰਘਾਂ ਨੂੰ ਪਤਾ ਲੱਗਾ ਲਾਹੌਰ 'ਚ ਸਿੱਖ ਬੜੇ ਪੁਰਾਣੇ ਰਹਿੰਦੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ। ਉਹਨਾਂ ਗਰੀਬ ਸਿੱਖਾਂ ਨੂੰ ਗੁਰੂ ਘਰ ਨਾਲ ਪ੍ਰੇਮ ਰਿਹਾ ਮੁੱਢ ਤੋਂ ਹੀ। ਉਹਨਾਂ ਵਿੱਚੋਂ ਕਈ ਸਿੰਘ ਸ਼ਹੀਦ ਵੀ ਹੋਏ, ਕਈ ਗੁਰੂ ਸਾਹਿਬ ਭਾਈ ਦਇਆ ਸਿੰਘ ਜੀ ਉੱਥੋਂ ਹੀ ਆ ਕੇ ਸਿੰਘ ਅੰਮ੍ਰਿਤ ਛਕਿਆ ਕਲਗੀਧਰ ਪਾਤਸ਼ਾਹ ਤੋਂ। ਤੇ ਉਹ ਹਮੇਸ਼ਾ ਗੁਰੂ ਘਰ ਦਾ ਪੱਖ ਗੁਪਤ ਰੂਪ 'ਚ ਲੈਂਦੇ ਸੀ, ਸ਼ਰੇਆਮ ਤੋਂ ਸਰਕਾਰ ਨਾਲ ਨਹੀਂ ਸੀ ਟੱਕਰ ਲੈਂਦੇ, ਅੰਦਰੋਂ ਸਿੰਘਾਂ ਨੂੰ ਖਬਰ ਦਿੰਦੇ ਸੀ। ਲਾਹੌਰੀ ਸਿੱਖਾਂ ਨੂੰ ਪਤਾ ਲੱਗਾ, ਉਹਨਾਂ ਨੇ ਗੁਪਤ ਰੂਪ ਵਿੱਚ ਉਸੇ ਵੇਲੇ ਸਵਾਰ ਦੌੜਾ ਦਿੱਤਾ। ਤਾਰਾ ਸਿੰਘ ਪੈ ਚੜ੍ਹਤੀ ਭਈ। ਭਾਈ ਤਾਰਾ ਸਿੰਘ ਤੇ ਫੌਜ ਚੜੀ ਹੈ। ਲਾਹੌਰੀ ਸਿੱਖਾਂ ਨੂੰ ਜਦੋਂ ਇਹ ਪਤਾ ਲੱਗਾ, ਹੁਣ ਸਿੰਘਣ ਕਿਮ ਦਿਵਸ ਬਿਤਾਇਆ। ਉਹਨਾਂ ਸਿੰਘਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੇ ਦਿਨ ਦਾ ਗੁਜ਼ਾਰਾ ਕੀਤਾ। ਦਿਨੇ ਤਾਂ ਤੁਰ ਨਹੀਂ ਸੀ ਸਕਦੇ, ਕਿਉਂਕਿ ਸਰਕਾਰ ਦੀ ਨਿਗਾਹ ਹੋ ਜਾਂਦੀ ਵੀ ਸਿੱਖ ਕਿੱਥੇ ਤੁਰਿਆ ਜਾਂਦਾ। ਰਾਤ ਨੂੰ ਕੋਈ ਸਿੰਘ ਤੋਰ ਦਿੱਤਾ। ਰਾਤ ਪਈ ਕਰਨ ਖਬਰੈ ਧਾਇਆ। ਰਾਤੀ ਗੁਰੂ ਕਾ ਸਿੱਖ ਲਾਹੌਰੋਂ ਤੁਰਿਆ। ਪੁੱਜਿਓ ਸਿੰਘਣ ਪੈ ਫਤਿਹ ਬੁਲਾਈ। ਔਰ ਉਹ ਇਸ ਤਰੀਕੇ ਨਾਲ ਦੌੜਿਆ ਘੋੜਾ ਘਾੜਾ ਲੈ ਕੇ, ਜਿਵੇਂ ਵੀ ਉਹ ਦਿਨ ਚੜ੍ਹਦੇ ਨੂੰ ਭਾਈ ਤਾਰਾ ਸਿੰਘ ਕੋਲ ਆ ਗਿਆ ਤੇ ਉਹਨੇ ਆ ਕੇ ਫਤਿਹ ਗਜਾਈ। ਕਹੇ ਸਿੰਘਣ ਸੋ ਫੌਜ ਤੁਰਕ ਆਈ। ਉਹ ਲਾਹੌਰੀ ਸਿੱਖ ਕਹਿਣ ਲੱਗਾ, ਖਾਲਸਾ ਜੀ ਤੁਹਾਡੇ ਤੇ ਬੜੀ ਭਾਰੀ ਮੁਸੀਬਤ ਆ ਗਈ ਹੈ। ਲਾਹੌਰ ਤੋਂ 2200 ਘੋੜ ਸਵਾਰ ਤੁਹਾਨੂੰ ਜਿੰਦਾ ਫੜਨ ਵਾਸਤੇ ਚੱਲੇ ਨੇ। ਮੈਂ ਤਾਂ ਅਬ ਮੁੜ ਪਵਾਂ ਲਾਹੌਰ। ਮੈਂ ਤਾਂ ਵਾਪਸ ਲਾਹੌਰ ਨੂੰ ਮੁੜਨਾ, ਜਾ ਕੇ ਦਿਨ ਚੜ੍ਹਦੇ ਨੂੰ ਮੈਂ ਆਪਣੇ ਘਰ ਹੋਣਾ, ਕਿਉਂਕਿ ਉੱਥੇ ਸ਼ੱਕ ਨਾ ਹੋਵੇ ਵੀ ਕਿਤੇ ਗਿਆ ਸਿੱਖ। ਤਾਂ ਤੁਸੀਂ ਰਾਤੋਂ ਰਾਤ ਬਈ ਆਪਣਾ ਕੋਈ ਤਿਆਰਾ ਕਰ ਲੋ। ਔਰ ਬਚਨ ਕੀ ਮੋਹਿ ਨਹਿ ਠੌਰ। ਹੋਰ ਮੈਨੂੰ ਕੋਈ ਗੱਲ ਕਹਿਣ ਦਾ ਮੌਕਾ ਨਹੀਂ, ਨਾ ਮੈਂ ਕੋਈ ਕਰ ਸਕਦਾ। ਤੁਹਾਡੀ ਮਦਦ ਜਿੰਨੀ ਕੁ ਅਸੀਂ ਕਰ ਸਕਦੇ ਸੀ, ਤੁਹਾਨੂੰ ਖਬਰ ਪਹੁੰਚਾ ਸਕਦੇ ਸੀ, ਪਹੁੰਚਾਤੀ ਹੈ। 15 ਕੋਸ ਮੋਰੀ ਘੋੜੀ ਆਈ। 15 ਕੋ ਮੈਂ ਘੋੜੀ ਤੇ ਚੜ੍ਹ ਕੇ ਆਇਆ ਰਾਤ ਨੂੰ। ਬਚਾਓ ਤੋਂ ਮੁੜ ਲਾਹੌਰੈ ਜਾਈ। ਜੇ ਰਸਤੇ 'ਚ ਮੈਨੂੰ ਨਾ ਮੋਮਨ ਖਾਂ ਦੀ ਫੌਜ ਟੱਕਰੀ ਤੇ ਮੈਂ ਬਚ ਜਾਵਾਂਗਾ ਤੇ ਲਾਹੌਰ ਘਰ ਪਹੁੰਚ ਜਾਵਾਂਗਾ। ਜੇ ਉਹਨਾਂ ਨੂੰ ਫਸ ਗਿਆ ਤੇ ਉਹ ਮਾਰ ਵੀ ਦੇਣਗੇ। ਹਾਂਜੀ, ਦੋਹਰਾ ਔਰ ਬਾਤ ਤੁਮ ਨਹਿ ਬਚੋ ਕਿਤ ਲੋਕ ਜਾਨ ਬਚਾਈ। ਬਾਕੀ ਹੋਰ ਗੱਲ ਮੈਂ ਇਹ ਕਹਿਣਾ ਵੀ ਤੁਸੀਂ ਬਚਣਾ ਕੋਈ ਨਹੀਂ। ਤਾਰਾ ਸਿੰਘ ਜੀ ਇੰਨੀ ਫੌਜ ਦੇ ਸਾਹਮਣੇ ਤੁਸੀਂ ਬਹੁਤਾ ਚਿਰ ਅੜ ਨਹੀਂ ਸਕੋਗੇ। ਤੁਸੀਂ ਆਪਣੀ ਜਾਨ ਬਚਾਉਣ ਲਈ ਕੋਈ ਅੱਗਾ ਪਿੱਛਾ ਕਰ ਲਓ। ਰਾਤ ਰਾਤ ਤੁਮਰੀ ਅਹ ਦਿਨ ਤੁਰਕ ਪਰਾਂਗੇ ਆਏ। ਅੱਜ ਦੀ ਰਾਤ ਤੁਹਾਡੇ ਕੋਲ ਹੈ, ਕੱਲ ਦਾ ਦਿਨ ਤੁਰਕਾਂ ਨੇ ਘੇਰਾ ਪਾ ਲੈਣਾ। ਜਾਓ ਪਈ ਜਾਓ ਕਹਿ ਵਹਿ ਤੋ ਮੁੜ ਗਇਓ। ਲਾਹੌਰੀ ਸਿੱਖ ਇਹ ਖਬਰ ਦੇ ਕੇ ਮੁੜ ਗਿਆ ਭਾਈ ਤਾਰਾ ਸਿੰਘ ਜੀ ਨੂੰ। ਸੁਣੋ ਅੱਗੇ ਜੋ ਤਾਰੇ ਸਿੰਘ ਕਹਿਓ। ਅੱਗੋਂ ਤਾਰਾ ਸਿੰਘ ਨੇ ਜੋ ਜਵਾਬ ਦਿੱਤਾ ਉਹ ਸੁਣੋ ਭਾਈ। ਮੁਖ ਤਾਰੇ ਸਿੰਘ ਲਾਲੀ ਆਈ। ਇਹ ਸੁਣ ਕੇ ਵੀ ਤੁਰਕਾਂ ਦੀ ਫੌਜ ਬਹੁਤ ਆ ਰਹੀ ਹੈ, ਭਾਈ ਤਾਰਾ ਸਿੰਘ ਦੇ ਚਿਹਰੇ ਤੇ ਲਾਲੀ ਆ ਗਈ। ਹਮ ਆਪ ਚਾਹੇ ਤੁਰਕਣ ਸਿਰ ਲਾਈ। ਕਹਿਣ ਲੱਗੇ ਅਸੀਂ ਤੇ ਆਪ ਤੁਰਕਾਂ ਦੇ ਸਿਰ ਆਪਣਾ ਸੀਸ ਲਾਣਾ ਚਾਹੁੰਦੇ ਆ। ਹਮ ਤਉ ਲਰ ਮਰ ਹੈ ਜਹ ਠਾਈ। ਅਸੀਂ ਤੇ ਬਈ ਸਿੰਘਾ ਇੱਥੇ ਹੀ ਮਰਨਾ, ਇੱਥੇ ਸ਼ਹੀਦੀ ਪਾਣੀ ਹੈ ਤੇ ਅਸੀਂ ਆਪ ਆਵਾਜ਼ ਮਾਰੀ ਹੈ ਤੁਰਕਾਂ ਨੂੰ। ਨਹਿ ਨੱਠ ਕੇ ਕਿਤ ਔਰਹ ਜਾਈ। ਅਸੀਂ ਨੱਠ ਕੇ ਜਾਣਾ ਹੀ ਨਹੀਂ ਕਿਤੇ, ਅਸੀਂ ਤਾਂ ਸ਼ਹੀਦੀ ਪਾਉਣ ਲਈ ਪੈਦਾ ਹੋਏ ਆ ਤੇ ਸ਼ਹੀਦੀ ਹੀ ਪਾਵਾਂਗੇ। ਆਉ ਨਹਿ ਲੇਵੈ ਕਿਤ ਝਲ ਊਟ। ਔਰ ਕਿਸੇ ਜੰਗਲ ਬੇਲੇ ਦੀ ਓਟ ਨਹੀਂ ਲੈਣੀ, ਕਿਤੇ ਲੁੱਕ ਕੇ ਨਹੀਂ ਰਹਿਣਾ। ਸਹਿ ਸੀਸ ਅਬ ਕਾਲਹ ਚੋਟ। ਅਸੀਂ ਕਾਲ ਦੀ ਚੋਟ ਆਪਣੇ ਸਿਰ ਤੇ ਸਹਾਵਾਂਗੇ, ਹੁਣ ਸ਼ਹੀਦੀ ਪਾਵਾਂਗੇ ਜੰਗ ਦੇ ਮੈਦਾਨ ਵਿੱਚ। ਅਬ ਤਉ ਨੱਠ ਕਰ ਕਿਤ ਲੁਕ ਪਾਹੀ। ਹੁਣ ਕਿੱਥੇ ਜਾਈਏ ਲੁੱਕ ਕੇ? ਹੁਣ ਲੁੱਕ ਕੇ ਸਾਨੂੰ ਸਿੰਘਾਂ ਨੂੰ ਸੋਭਾ ਦਿੰਦਾ, ਅਸੀਂ ਜਾਈਏ ਕਿੱਥੇ? ਕਿੰਨਾ ਚਿਰ ਲੁਕਾਂਗੇ? ਕਾਲ ਤਾਂ ਫਿਰ ਵੀ ਆ ਹੀ ਜਾਣਾ। ਹਾਂਜੀ, ਜਹਾਂ ਕਾਲ ਤੇ ਢੂਡੋ ਨਾ ਜਾਹੇ। ਐਸੀ ਕੋਈ ਥਾਂ ਨਹੀਂ ਜਿੱਥੇ ਕਾਲ ਦਾ ਪੰਜਾ ਨਾ ਵੱਜਦਾ ਹੋ। ਐਸੋ ਨਾ ਕਹਿ ਗਏ ਕੋਈ ਸੋ ਦਾਵਰੇ ਜਾਹੇ ਉਪਾਵ ਸੋ ਕਾਲ ਘਾਵ ਬਚਈਏ। ਐਸਾ ਕੋਈ ਦਾ ਪੇਚ ਨਹੀਂ ਕਿ ਕਾਲ ਦੇ ਪੰਜੇ ਤੋਂ ਬਚ ਸਕੀਏ। ਜਹ ਜਹ ਜਈਐ ਤਹੀਂ ਤਹ ਕਾਲ। ਜਿੱਥੇ ਜਾਈਏ ਉੱਥੇ ਹੀ ਕਾਲ ਅੱਗੇ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹਦੇ ਕਾਲ ਦੀ ਖੇਡ ਹੈ ਭਾਈ, ਇਹਦਾ ਵਰਤਣੀ ਹੈ। ਸਤਿਗੁਰ ਦੀਨੈ ਬਚਨ ਦਿਖਾਲ। ਦੇਖੋ ਬਾਣੀ ਨੇ ਦੱਸ ਦਿੱਤਾ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ ਵੀ ਕਾਲ ਤੋਂ ਭੱਜ ਨਹੀਂ ਸਕਦੇ। ਸੋ ਇਹ ਸਵਈਆ ਉਸ ਵੇਲੇ ਬਾਬਾ ਜੀ ਨੇ ਪੜ੍ਹੀਏ। ਹਾਂਜੀ, ਸਵਈਆ ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ। ਇਹ 10ਵੇਂ ਪਾਤਸ਼ਾਹ ਦਾ ਸਵਈਆ ਹੈ, ਦਸਮ ਗ੍ਰੰਥ ਸਾਹਿਬ ਦੇ ਅੰਦਰ ਹੈ। ਮਹਾਰਾਜ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਜੋ ਕਹੂੰ ਕਾਲ ਤੇ ਭਾਜ ਕੇ ਬਚ। ਜੇ ਕੋਈ ਕਵੇ ਵੀ ਮੈਂ ਕਾਲ ਤੋਂ ਭੱਜ ਕੇ ਬਚ ਜਾਵਾਂਗਾ, ਤਉ ਕਹਿ ਕੁੰਟ ਕਹੋ ਭੱਜ ਜਈਐ। ਉਹ
ਕਿਹੜੀ ਕੁੰਡ ਵਿੱਚ ਜਾਏਗਾ, ਕਿਹੜੇ ਕੋਨੇ ਜਾਏਗਾ ਭੱਜ ਕੇ ਕਾਲ ਤੋਂ। ਆਗੇ ਹੂੰ ਕਾਲ ਧਰੇ ਅਸ ਗਾਜਤ, ਅੱਗੇ ਕਾਲ ਆਪਣੀ ਕਿਰਪਾਨ ਲੈ ਕੇ ਖੜਾ ਹੈ, ਗੱਜ ਰਿਹਾ ਹੈ। ਸਾਜਤ ਹੈ ਜਿਹ ਤੇ ਨਸ ਆਈਐ, ਔਰ ਉਹ ਸੋਭਾ ਪਾ ਰਿਹਾ ਹੈ ਜਿਸ ਤੋਂ ਭੱਜ ਕੇ ਜਾਣ ਦੀ ਕੋਈ ਥਾਂ ਨਹੀਂ ਹੈ। ਐਸੋ ਨਾ ਕਹਿ ਗਇਓ ਕੋਈ ਸੋ ਦਾਵ ਰੇ, ਐਸਾ ਕੋਈ ਦਾ ਪੇਚ ਵੀ ਨਹੀਂ ਹੈ ਜਾਹੇ ਉਪਾਵ ਸੋ ਘਾਵ ਬਚਈਐ, ਜਿਹੜੇ ਦਾ ਨਾਲ ਕਾਲ ਦਾ ਵਾਰ ਰੋਕਿਆ ਜਾ ਸਕੇ, ਨਹੀਂ ਰੁਕਦਾ। ਜਾਂ ਤੇ ਨਾ ਛੂਟੀਐ ਮੂੜ ਕਹੂੰ, ਇਹ ਮੂਰਖ ਜਿਸ ਕਾਲ ਤੋਂ ਭੱਜ ਕੇ ਨਹੀਂ ਬਚ ਸਕਦੇ, ਛੱਡ ਨਹੀਂ ਸਕਦੇ, ਕਿਤੇ ਵੀ ਨਹੀਂ ਦੌੜ ਸਕਦੇ ਕਾਲ ਤੋਂ। ਹਸ ਤਾਂ ਕੀ ਨਾ ਕਿਉ ਸਰਨਾਗਤ ਜਈਐ, ਫਿਰ ਕਿਉਂ ਨਾ ਹੱਸ ਕੇ ਖੁਸ਼ੀ ਨਾਲ ਉਹਦੀ ਸ਼ਰਨ ਹੀ ਪੈ ਜਾਈਏ ਵੀ ਤੂੰ ਜੋ ਕਰਨਾ ਹੈ ਕਰ ਲੈ, ਤੇਰੇ ਅੱਗੇ ਸਮਰਪਣ ਹੈ। ਸੋ ਕਾਲ ਪੁਰਖ ਦੇ ਅੱਗੇ ਭਾਈ ਸਮਰਪਣ ਹੀ ਕਰਨਾ ਪੈਂਦਾ, ਉਸ ਤੋਂ ਭੱਜ ਕੇ ਨਹੀਂ ਜਾ ਸਕਦੇ ਕਿਤੇ। ਦੋਹਰਾ ਮੋਮਨ ਚੜਿਓ ਸਿੰਘਨ ਪੈ, ਸੰਗ ਲੈ ਕਈ ਸਰਦਾਰ। ਮੋਮਨ ਖਾਂ ਬੜੇ ਬੜੇ ਸਰਦਾਰਾਂ ਨੂੰ, ਬੜੇ ਬੜੇ ਜਰਨੈਲਾਂ ਨੂੰ 2200 ਫੌਜ ਲੈ ਕੇ ਲਾਹੌਰ ਤੋਂ ਮਾਰੋ ਮਾਰ ਕਰਦਾ ਚੜਿਆ। ਮੋਹਰਾ ਰਾਤ ਸੋ ਉਨ ਲਈ ਬੇਖਬਰ ਹੋਏ ਸਿੰਘ ਮਾਰ, ਉਹਨੇ ਰਾਤ ਨੂੰ ਹਮਲਾ ਕਰਨ ਦੀ ਸੋਚੀ ਵੀ ਸਿੰਘ ਸੁੱਤੇ ਹੋਣਗੇ ਤੇ ਅਸੀਂ ਮਾਰ ਲਵਾਂਗੇ। ਤਉ ਸੋ ਉੱਪਲ ਗੋਦ ਜੱਟ ਮਿਲਿਓ ਘਮੰਡੋ ਜਾਏ, ਸੋ ਇਹਨੇ ਨੂੰ ਉੱਪਲ ਗੋਦ ਦਾ ਜੱਟ ਇੱਕ ਘਮੰਡਾ ਨਾਮ ਦਾ ਉਹਨੂੰ ਜਾ ਕੇ ਮਿਲਿਆ। ਤਾਰੈ ਸਿੰਘ ਨਿਹੰਗ ਕੋ ਮੈਂ ਚੱਲ ਦਿਉ ਦਿਖਾਏ, ਉਹ ਘਮੰਡਾ ਜਿਹੜਾ ਸੀਗਾ ਉੱਪਲ ਗੋਦ ਦਾ ਜ਼ਿਮੀਦਾਰ, ਉਹ ਤੁਰਕਾਂ ਦਾ ਪੱਠੂ ਸੀਗਾ, ਕਿਉਂਕਿ ਉਦੋਂ ਵੀ ਪੰਜਾਬ ਵਿੱਚ ਮੁਖਬਰੀ ਕਰਨ ਵਾਲੇ ਆਪਣੇ ਹੀ ਹੁੰਦੇ ਸੀਗੇ। ਘਮੰਡਾ ਜਾ ਕੇ ਕਹਿਣ ਲੱਗਾ ਤਾਰਾ ਸਿੰਘ ਨਿਹੰਗ ਕੋ ਮੈਂ ਚੱਲ ਦਿਉ ਦਿਖਾਏ, ਮੈਨੂੰ ਪਤਾ ਤਾਰਾ ਸਿੰਘ ਨਿਹੰਗ ਸਿੰਘ ਦੀ ਛਾਉਣੀ ਕਿੱਥੇ ਹੈ, ਮੈਂ ਤੁਹਾਨੂੰ ਸਾਰੀ ਖਬਰ ਦਿਆਂਗਾ, ਤੁਸੀਂ ਨਾਲ ਚੱਲੋ। ਤੇ ਉਹ ਘਮੰਡਾ ਜ਼ਿਮੀਂਦਾਰ 2200 ਘੋੜਸਵਾਰਾਂ ਦਾ ਮੋਹਰੇ ਹੋ ਕੇ ਰਸਤਾ ਦੱਸਦਾ ਹੋਇਆ ਆ ਗਿਆ। ਜਾਓ ਪਈ ਸੋ ਮੋਮਨ ਨੇ ਮੋਹਰੇ ਲਾਇਓ, ਉਹਨੂੰ ਘਮੰਡੇ ਨੂੰ ਮੂਹਰੇ ਲਾ ਕੇ ਹੁਣ ਸਿੰਘਣ ਤੇ ਕੁਸ਼ਕ ਖੁੰਝਾਇਓ, ਕਹਿੰਦੇ ਖੁਝ ਖੁਝਾ ਦਿੱਤਾ ਉਹਨੂੰ। ਹੁਣ ਦਏ ਤੁਰਕ ਪਰ ਡੱਲੇ ਚਾਲ, ਸੋ ਖਾਲਸਾ ਜੀ ਇਸ ਤਰ੍ਹਾਂ ਹੁਣ ਇਹ ਫੌਜਾਂ ਇੱਥੇ ਪਹੁੰਚਣਗੀਆਂ, ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਅਗਲਾ ਪ੍ਰਸੰਗ ਜਿਹੜਾ ਹੈ ਉਹ ਬਾਬਾ ਜੀ ਦੀ ਸ਼ਹੀਦੀ ਦਾ ਹੈ। ਬੜੀ ਬਹਾਦਰੀ ਨਾਲ ਉਹਨਾਂ ਨੇ ਜੰਗ ਕੀਤਾ। ਬਾਬੇ ਤਾਰਾ ਸਿੰਘ ਜੀ, ਉਹਨਾਂ ਦੇ ਨਾਲ ਜਿਹੜੇ ਸਿੰਘ ਸਨ ਉਹ ਵੀ ਸੂਰਬੀਰ, ਇੱਕ ਇੱਕ ਕਰਕੇ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ 22 ਦੇ 22 ਸਿੰਘ ਬੜੀ ਮਹਾਨ ਲਾਸਾਨੀ ਜੰਗ ਕਰਕੇ ਸ਼ਹੀਦ ਹੋਏ। ਦੁਨੀਆ ਦੇ ਇਤਿਹਾਸ ਵਿੱਚ ਉਹਨਾਂ ਨੇ ਵੱਖਰਾ ਹੀ ਇਤਿਹਾਸ ਸਿਰਜਿਆ। ਜਿਵੇਂ ਚਮਕੌਰ ਸਾਹਿਬ ਵਿਖੇ 40 ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕੀਤਾ ਹੈ, ਇਸ ਤਰ੍ਹਾਂ ਦੇ ਬੇਅੰਤ ਖਾਲਸੇ ਦੇ ਵਿੱਚ ਸਾਕੇ ਆਏ। ਥੋੜੇ ਥੋੜੇ ਸਿੰਘ ਬਹੁਤਿਆਂ ਨਾਲ ਜੂਝਦੇ ਰਹੇ ਹਨ। ਸੋ ਇਹ ਵੀ ਜੰਗ ਇੱਕ ਬੜਾ ਮਹਾਨ ਜੰਗ ਹੈ, ਕਿਉਂਕਿ ਬਾਅਦ ਵਿੱਚ ਜੋ ਸਿੱਖ ਮਿਸਲਾਂ ਬਣੀਆਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਿਆ, ਤਤ ਖਾਲਸੇ ਦਾ ਬੋਲਬਾਲਾ, ਉਹਦੇ ਸਾਰੇ ਆਰੰਭਤਾ ਹੀ ਬਾਬੇ ਤਾਰਾ ਸਿੰਘ ਦੀ ਸ਼ਹੀਦੀ ਤੋਂ ਹੁੰਦੀ ਹੈ। ਇੱਕ ਵਾਰੀ ਤਾਂ ਪਹਿਲਾਂ ਕੰਮ ਠੰਡਾ ਪੈ ਗਿਆ ਸੀ ਸਰਕਾਰ ਵੱਲੋਂ, ਪਰ ਸਿੰਘਾਂ ਨੇ ਹੁਣ ਉਸ ਨੂੰ ਫਿਰ ਗਰਮ ਕਰ ਦਿੱਤਾ। ਉਹ ਕਥਾ ਆਪਾਂ ਸਰਵਣ ਕਰਨੀ ਹੈ ਅਗਲੇ ਪ੍ਰਕਰਣਾਂ 'ਚ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਨਾਥ ਸਖੇ ਦੀਨ, ਏ ਸਮਰੱਥ ਅਗੰਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ ਨਾਨਕ ਹੋਤ, ਵਾਹਿਗੁਰੂ ਨਾਮ ਜਹਾਜ ਹੈ ਚੜੇ